ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅਸੀਂ ਇਸ ਵੇਲੇ ਖੜੇ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਵੇਂ ਸੈਂਟਰ ਦੇ ਬਾਹਰ, ਹਿਮਜ਼ ਨੇਚਰ ਕੇਅਰ ਸੈਂਟਰ, ਜਿੱਥੇ ਕਿ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਉਦਘਾਟਨ ਕੀਤਾ ਹੈਗਾ। ਇਹਦੇ ਵਿੱਚ ਆਚਾਰਿਆ ਮਨੀਸ਼, ਇਹਦੇ ਵਿੱਚ ਡਾਕਟਰ ਅਮਰ ਸਿੰਘ ਆਜ਼ਾਦ, ਇਹਦੇ ਵਿੱਚ ਡਾਕਟਰ ਵਿਸ਼ਵਰੂਪ ਰਾਜ ਚੌਧਰੀ, ਡਾਕਟਰ ਅਵਧੇਸ਼ ਪਾਂਡੇ, ਡਾਕਟਰ ਖਾਦਰਵਲੀ ਸਾਇੰਟਿਸਟ, ਇਹਨਾਂ ਸਾਰਿਆਂ ਦਾ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ। ਇੱਥੇ ਸਾਰੇ ਡਾਕਟਰਾਂ ਦਾ ਜਿਹੜਾ ਉਹਨਾਂ ਦੇ ਇੱਕੋ ਜਗ੍ਹਾ ਦੇ ਉੱਤੇ ਕੰਸਲਟੈਂਸੀ ਜਿਹੜੀ ਹੈ ਇੱਕ ਸਮੇਂ ਦੇ ਵਿੱਚ ਜਿਹੜੀ ਆ ਉਹ ਮਿਲ ਸਕਦੀ ਹੈ। ਕਿਸ ਤਰੀਕੇ ਦੇ ਨਾਲ ਇਹ ਸੈਂਟਰ ਕੰਮ ਕਰਦਾ ਹੈ ਤੇ ਕਿੱਦਾਂ ਦੀ ਇਹਦੀ ਅੰਦਰੋਂ ਲੁੱਕ ਹੈ, ਆਓ ਆਪਾਂ ਅੰਦਰ ਚੱਲਦੇ ਹਾਂ। ਅੰਦਰ ਚੱਲ ਕੇ ਦੇਖਾਂਗੇ ਕਿ ਇਹ ਸੈਂਟਰ ਜਿਹੜਾ ਉਹ ਕਿਸ ਰੂਪ ਦੇ ਵਿੱਚ ਕੰਮ ਕਰ ਰਿਹਾ, ਕੌਣ ਇਹਦੇ ਅੰਦਰ ਬੈਠਾ ਹੋਇਆ, ਕਿਹੜੇ ਤਰੀਕੇ ਦੇ ਨਾਲ ਅੰਦਰ ਇਹਦੇ 'ਚ ਡਾਕਟਰ ਕੰਸਲਟੈਂਸੀਜ਼ ਦੇ ਰਹੇ ਨੇ, ਪੇਸ਼ੈਂਟਸ ਜਿਹੜੇ ਆਏ ਨੇ ਉਹਨਾਂ ਦਾ ਕਿਸ ਤਰੀਕੇ ਦਾ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ, ਕਿੱਦਾਂ ਜਿਹੜਾ ਇਸ ਸੈਂਟਰ ਦੇ ਵਿੱਚ ਅੰਦਰ ਚੱਲ ਕੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਅੰਦਰ ਜਿਹੜੀ ਉਹਨਾਂ ਦੀ ਕੰਸਲਟੈਂਸੀ ਉਹ ਕਿਸ ਤਰੀਕੇ ਨਾਲ ਦਿੱਤੀ ਜਾ ਰਹੀ ਹੈਗੀ ਹੈ। ਇਹ ਉਹ ਵੇਟਿੰਗ ਵਾਲਾ ਪਾਸਾ ਹੋਏਗਾ, ਜਿੱਥੇ ਆ ਕੇ ਪੇਸ਼ੈਂਟ ਜਦੋਂ ਬੈਠਦੇ ਨੇ ਤੇ ਆ ਕੇ ਵੇਟਿੰਗ ਉਹਨਾਂ ਦੀ ਹੋਏਗੀ, ਆ ਕੇ ਇੱਥੇ ਵੇਟ ਕਰ ਸਕਦੇ ਨੇ। ਸਾਹਮਣੇ ਇੱਕ ਰਿਸੈਪਸ਼ਨ ਵਾਲਾ ਕਾਊਂਟਰ ਹੈਗਾ, ਜਿੱਥੇ ਆ ਕੇ ਸਾਰੀ ਜਾਣਕਾਰੀ ਲੈ ਸਕਣਗੇ ਪੇਸ਼ੈਂਟਸ, ਆ ਕੇ ਉਹਨਾਂ ਤੋਂ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦੀ ਕਿਹੜੇ ਡਾਕਟਰ ਨੂੰ ਮਿਲਣਾ ਹੈਗਾ, ਕਿੱਦਾਂ ਦੀ ਕੰਸਲਟੈਂਸੀ ਲੈਣੀ ਹੈ, ਹਰ ਤਰ੍ਹਾਂ ਦਾ ਜਿਹੜਾ ਹੈਗਾ ਉੱਥੇ ਜਾਣਕਾਰੀ ਇਸ ਕਾਊਂਟਰ ਤੋਂ ਮਿਲੇਗੀ। ਉਸ ਤੋਂ ਬਾਅਦ ਅੰਦਰ ਆਪਾਂ ਇਹ ਵਾਲਾ ਰੂਮ ਜਿਹੜਾ ਹੈ ਇਹ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦਾ ਹੈਗਾ, ਜਿੱਥੇ ਕਿ ਡਾਕਟਰ ਆਜ਼ਾਦ ਤੇ ਡਾਕਟਰ ਨਾਲ ਇੱਕ ਡਾਕਟਰ ਹਰਜੀਤ ਕੌਰ ਇਹ ਵੀ ਬੈਠੇ ਹੋਏ ਨੇ। ਆਪਾਂ ਇਹਨਾਂ ਦੇ ਨਾਲ ਆ ਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਇਸ ਵੇਲੇ ਡਾਕਟਰ ਆਜ਼ਾਦ ਆਪਣੇ ਪੇਸ਼ੈਂਟਸ ਦੇ ਨਾਲ ਇਸ ਵੇਲੇ ਡੀਲਿੰਗ ਉਹਨਾਂ ਦੀ ਚੱਲ ਰਹੀ ਹੈ, ਉਹਨਾਂ ਦੀ ਕੰਸਲਟੈਂਸੀ ਦੇ ਰਹੇ ਨੇ। ਤੇ ਡਾਕਟਰ ਆਜ਼ਾਦ ਵੱਲੋਂ ਇਸ ਸੈਂਟਰ ਨੂੰ ਜਿਹੜਾ ਹੁਣੇ ਖੋਲ੍ਹਿਆ ਗਿਆ, ਲੇਕਿਨ ਵੱਡਾ ਹੁੰਗਾਰਾ ਮਿਲਿਆ। ਆਪਾਂ ਡਾਕਟਰ ਆਜ਼ਾਦ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਇਹ ਸੈਂਟਰ ਖੋਲ੍ਹਣ ਦੀ ਹਲੇ ਤਿਆਰੀ ਚੱਲ ਰਹੀ ਸੀ ਤੇ ਜਦੋਂ ਹੁਣ ਅੱਜ ਇਹ ਸੈਂਟਰ ਖੁੱਲ੍ਹ ਚੁੱਕਿਆ ਹੈਗਾ, ਕਿੱਦਾਂ ਦਾ ਰਿਸਪੌਂਸ ਹੈ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਕੀ ਲੱਗਦਾ ਸੀ ਵੀ ਐਡਾ ਵੱਡਾ ਹੁੰਗਾਰਾ ਮਿਲ ਜਾਏਗਾ ਤੁਹਾਨੂੰ, ਜਿੱਦਾਂ ਇਹ ਸੈਂਟਰ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਦਿਮਾਗ 'ਤੇ ਜਿਹੜਾ ਕਨਸੈਪਟ ਸੀਗਾ? ਕੁਲਵੰਤ ਜੀ, ਦੇਖੋ ਆਪਾਂ ਹੁਣ ਲੋਕਾਂ ਤੱਕ ਪਹੁੰਚ ਚੁੱਕੇ ਹਾਂ ਤੁਹਾਡੀ ਚੈਨਲ ਦੀ ਬਦੌਲਤ, ਤੁਹਾਡੀਆਂ ਜਿਹੜੀਆਂ ਪੱਤਰਕਾਰਾਂ ਦੀ ਬਦੌਲਤ। ਇਸ ਕਰਕੇ ਲੋੜ ਹੈ ਸਮਾਜ ਦੇ ਅੰਦਰ, ਔਰ ਹੁੰਗਾਰਾ ਮੈਨੂੰ ਪੂਰੀ ਆਸ ਸੀ ਮਿਲੇਗਾ ਔਰ ਮਿਲੇਗਾ ਜ਼ਰੂਰ, ਕਿਉਂਕਿ ਆਪਾਂ ਜੋ ਪੇਸ਼ੈਂਟਸ ਤੋਂ ਫੀਸ ਰੱਖੀ ਹੈ, ਚਾਰਜਿੰਗ ਕੀਤੀ ਹੈ, ਬਹੁਤ ਹੀ ਰੀਜ਼ਨੇਬਲ ਹੈ। ਕੋਈ ਸਾਡੀ ਮਾਨੀਦਾਨੀ ਬਣਨ ਦੀ ਇੱਛਾ ਨਹੀਂ ਹੈ। ਸਾਡੀ ਇੱਛਾ ਇਹੀ ਹੈ ਵੀ ਸਾਡੇ ਜਿਹੜੇ ਖਰਚਾ ਪਾਣੀ ਜਿਹੜਾ ਅਸੀਂ ਆ ਬਿਜਲੀ ਦੇ ਖਰਚੇ ਨੇ, ਬਿਲਡਿੰਗ ਦੇ ਖਰਚੇ ਨੇ, ਇਹ ਸਾਡੇ ਨਿਕਲ ਜਾਣ। ਸਾਨੂੰ ਕੋਈ ਹੋਰ ਚਾਹੀਦਾ ਨਹੀਂ ਹੈ ਅਤੇ ਨਾ ਸਾਡੀ ਕੋਈ ਇਹੋ ਜਿਹੀ ਇੱਛਾ ਕਿ ਅਸੀਂ ਬਹੁਤ ਕੋਈ ਅਮੀਰ ਹੋਣਾ। ਅਤੇ ਦੂਜੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਸਵਾਲ ਹੁੰਗਾਰਾ, ਕਿਉਂਕਿ ਸਮਾਜ 'ਚ ਲੋੜ ਬਹੁਤ ਜ਼ਿਆਦਾ ਹੈ ਔਰ ਇਹ ਜਿਹੜਾ ਮੈਸੇਜ ਹੈ ਆਲਰੇਡੀ ਪਹੁੰਚ ਚੁੱਕਿਆ। ਸੋ ਇਸ ਕਰਕੇ ਜੋ ਲੋੜ ਦੂਜੇ ਸੈਂਟਰ ਦੀ ਇਸ ਕਰਕੇ ਪਈ, ਕਿਉਂਕਿ ਉਹ ਸੈਂਟਰ 'ਚ ਥਾਂ ਘੱਟ ਸੀਗੀ ਔਰ ਉਹ ਸੈਂਟਰ ਤੁਸੀਂ ਵੱਧ ਤੋਂ ਵੱਧ 50 ਮਰੀਜ਼ ਡੇਲੀ ਦੇਖ ਸਕਦੇ ਹੋ, ਅਤੇ ਉੱਧਰ ਜਿਹੜੇ 50 ਕ੍ਰਾਸ ਕਰਨ ਲੱਗੇ ਸੀਗੇ। ਇਸ ਕਰਕੇ ਸਾਨੂੰ ਇਹ ਆ ਗਿਆ ਕਿ ਅੱਗੇ ਆਉਣ ਵਾਲੇ ਸਮੇਂ ਸਾਨੂੰ ਦਿੱਕਤਾਂ ਆਉਣਗੀਆਂ। ਤਾਂ ਅਸੀਂ ਇੱਕ ਨਵਾਂ ਸੈਂਟਰ ਖੋਲ੍ਹਿਆ ਔਰ ਮੈਨੂੰ ਉਮੀਦ ਹੈ ਕਿ ਅਗਲੇ ਸਾਲ ਆਪਾਂ ਇੱਕ ਹੋਰ ਨਵਾਂ ਸੈਂਟਰ ਖੋਲ੍ਹਣਾ ਪਏਗਾ। ਤੀਜਾ ਹੋਰ ਸੈਂਟਰ ਉਹ ਕਿੱਥੇ ਖੋਲ੍ਹ ਰਹੇ ਹੋ? ਉਹ ਪਟਿਆਲੇ 'ਚ ਖੋਲ੍ਹਾਂਗੇ ਆਪਾਂ, ਕਿਉਂਕਿ ਆਪਣੇ ਕੋਲ ਐਡੀ ਵੱਡੀ ਬਿਲਡਿੰਗ ਨਹੀਂ ਨਾ ਹੈਗੀ ਕਿ ਅਸੀਂ ਇਕੱਠੇ ਜ਼ਿਆਦਾ। ਤਾਂ ਜਿਹੜੀਆਂ ਬਿਲਡਿੰਗਾਂ ਐਗਜ਼ਿਸਟਿੰਗ ਹੁੰਦੀਆਂ ਨੇ, ਇਹਨਾਂ ਦੀ ਦਿੱਕਤ ਹੁੰਦੀ ਹੈ ਕਿ ਤੁਸੀਂ 30 ਤੋਂ ਲੈ ਕੇ 50 ਮਰੀਜ਼ ਰੋਜ਼ ਦੇਖ ਸਕਦੇ ਹੋ। ਤੇ ਫਿਰ ਆਪਾਂ ਇਹ ਦਰਸ਼ਕਾਂ ਨੂੰ ਇਹ ਕਹਿ ਦਈਏ ਵੀ ਇੱਕ ਸਮਾਂ ਐਸਾ ਆਏਗਾ ਜਿਹੜਾ ਕਿ 20-25 ਕਿੱਲੇ 'ਚ ਵੱਡਾ ਹਸਪਤਾਲ ਵੀ ਖੁੱਲ੍ਹ ਜਾਏਗਾ? ਹਾਂ ਬਿਲਕੁਲ। ਜਦੋਂ ਕੋਈ ਇਹੋ ਜਿਹਾ ਕੋਈ ਦਾਨੀ ਸੱਜਣ ਟੱਕਰ ਗਿਆ ਜਾਂ ਇਹੋ ਜਿਹਾ ਕੋਈ ਬਿਜ਼ਨਸਮੈਨ ਟੱਕਰ ਗਿਆ ਜਿਹੜਾ ਕੋਈ ਲਾਲਚੀ ਨਾ ਹੋਇਆ, ਤਾਂ ਮੇਰੀ ਇੱਛਾ ਇਹੀ ਹੈ ਕਿ ਅਸੀਂ ਆਪਾਂ ਬਜਾਏ ਥਾਂ 'ਤੇ ਸੈਂਟਰ ਖੋਲ੍ਹਣ ਦੇ ਇੱਕ ਬੜਾ ਸਾਰਾ ਹਸਪਤਾਲ ਐਸਾ ਖੋਲ੍ਹੀਏ ਜਿੱਥੇ ਅਸੀਂ, ਹੁਣ ਮੇਰੇ ਕੋਲ ਅੱਜ ਵੀ 2-3 ਮਰੀਜ਼ ਆਏ ਆ ਜਿਹਨਾਂ ਨੂੰ ਦਾਖਲੇ ਦੀ ਲੋੜ ਹੈ, ਕਿਉਂਕਿ ਬਲੇਡੀ ਆਈ ਵਿਚਾਰੀ, ਬਹੁਤ ਹੀ ਉਹਦਾ ਬ੍ਰੈਸਟ ਦੇ ਉੱਪਰ ਜਿਹੜਾ ਐਸੀ ਮਾੜੀ ਹਾਲਤ ਸੀ ਉਹਦੀ ਕਿ ਮੇਰਾ ਬਹੁਤ ਮਨ ਖਰਾਬ ਹੋਇਆ, ਕਿਉਂਕਿ ਉਹ ਲੋੜ ਸੀ ਉਹਨੂੰ ਕਿ ਉਹਨੂੰ ਅਸੀਂ ਦਾਖਲ ਕਰਕੇ ਤੇ ਉਹਦੀ ਪੱਟੀ ਕਰਦੇ ਡੇਲੀ ਆਪ ਆਪਣੇ ਹੱਥਾਂ ਨਾਲ। ਕਨਸੈਪਟ ਇਸ ਤਰ੍ਹਾਂ ਦਾ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦਾਖਲ ਕਰਕੇ ਮਰੀਜ਼ ਉਹਨਾਂ ਦਾ ਇਲਾਜ ਕਰੋ? ਨਹੀਂ, ਲੋੜ ਹੈ ਬਹੁਤ ਜੀ, ਬਹੁਤ ਜ਼ਿਆਦਾ ਲੋੜ ਹੈ ਔਰ ਰੀਜ਼ਨੇਬਲ ਰੇਟਸ ਦੇ ਉੱਪਰ ਅਗਰ ਅਸੀਂ ਦਾਖਲ ਕਰ ਸਕੀਏ ਤਾਂ ਮੈਂ ਸਰੋਤਿਆਂ 'ਚੋਂ ਅਗਰ ਕੋਈ ਇਹੋ ਜਿਹਾ ਸ਼ਖਸ ਹੋਵੇ ਜਿਹੜਾ ਕਿ ਕਿਉਂਕਿ ਅੱਜ ਕੱਲ੍ਹ ਜੀ ਆਪਾਂ ਨੂੰ ਲੋੜ ਹੈ ਇਹੋ ਜਿਹੇ ਬਿਜ਼ਨਸਮੈਨ ਦੀ ਜਿਹੜੇ ਇਸ ਕੰਮ 'ਚ ਇਨਵੈਸਟ ਕਰ ਸਕਣ, ਕਿਉਂਕਿ ਮੇਰੀ ਕੈਪੈਸਿਟੀ ਨਹੀਂ ਹੈਗੀ ਕਿ ਮੈਂ ਇਹ 'ਚ ਇਨਵੈਸਟ ਕਰ ਸਕਾਂ। ਮੈਂ ਤਾਂ ਸਰਕਾਰੀ ਨੌਕਰੀ 'ਚ ਰਿਹਾ ਅਤੇ ਮੈਂ ਤਾਂ ਹੈਂਡ ਟੂ ਮਾਊਥ ਰਿਹਾ, ਜਿੰਨੀ ਤਨਖਾਹ ਮਿਲ ਗਈ ਉਹਨਾਂ ਖਰਚ ਲਿਆ। ਔਰ ਸ਼ੁਰੂ ਤਾਂ ਉਲਟਾ ਹੁੰਦਾ ਸੀਗਾ, ਸਗੋਂ ਖਰਚਾ ਜ਼ਿਆਦਾ ਹੋ ਜਾਂਦਾ ਸੀ ਅਤੇ ਤਨਖਾਹ ਬਾਅਦ 'ਚ ਮਿਲਦੀ ਸੀ। ਤਾਂ ਉਹ ਇਸ ਕਰਕੇ ਮੇਰੀ ਤਾਂ ਉਹ ਹਾਲਤ ਹੈ ਅਤੇ ਇਸ ਕਰਕੇ ਅੱਜ ਲੋੜ ਹੈ। ਮੈਂ ਸਰੋਤਿਆਂ ਨਾਲ ਵੀ ਇਹ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਸਾਨੂੰ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ, ਤੁਹਾਨੂੰ ਯਾਦ ਹੋਣਾ,
ਤਾਂ ਕਿ ਇਹੋ ਜਿਹਾ ਇੱਕ ਹਸਪਤਾਲ ਚਾਹੀਦਾ ਜਿਹੜਾ ਕਿ ਜਿੱਥੇ ਕਿ ਰੀਜ਼ਨੇਬਲੀ ਪ੍ਰੋਫਿਟ ਵੀ ਹੋਏਗਾ ਇਨਵੈਸਟ ਕਰਨ ਵਾਲੇ ਬੰਦੇ ਨੂੰ, ਲੇਕਿਨ ਅਸੀਂ ਲੁੱਟ ਖਸੁੱਟ ਨਹੀਂ ਕਰਾਂਗੇ ਤੇ ਨਾ ਅਸੀਂ ਲੁੱਟ ਖਸੁੱਟ ਵਾਲੇ ਰਾਹ ਪੈਣਾ ਹੈ। ਰੀਜ਼ਨੇਬਲ ਰੇਟਸ ਦੇ ਉੱਪਰ ਅਸੀਂ ਮਰੀਜ਼ਾਂ ਤੋਂ ਚਾਰਜ ਕਰਾਂਗੇ, ਔਰ ਜਿਹੜੇ ਸੋਸ ਬਿਜ਼ਨਸਮੈਨ ਨੂੰ ਵੀ ਜਿਹੜਾ ਕੋਈ ਇਹਦੇ 'ਚ ਇਨਵੈਸਟ ਕਰੇਗਾ ਉਹਨੂੰ ਵੀ ਰੀਜ਼ਨੇਬਲ ਰਿਟਰਨ ਮਿਲੇਗਾ ਉਹਦਾ। ਔਰ ਮੈਨੂੰ ਉਮੀਦ ਹੈ ਕਿ ਇਹੋ ਜਿਹਾ ਕੋਈ ਨਾ ਕੋਈ ਬੰਦਾ ਮਿਲ ਜਾਏਗਾ, ਕਿਉਂਕਿ ਕਰੋਨਾ ਨੇ ਜਿਹੜੇ ਬਿਜ਼ਨਸ ਮਾਰੇ ਹੈ, ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਠੱਪ ਹੀ ਕਰਤੇ ਹੈ, ਤੇ ਇਹੋ ਜਿਹੇ ਬਿਜ਼ਨਸਮੈਨ ਜ਼ਰੂਰ ਹੋਣਗੇ ਜਿਨ੍ਹਾਂ ਕੋਲ 4 ਪੈਸੇ ਹੋਣਗੇ ਔਰ ਇਨਵੈਸਟ ਕਰਨਾ ਚਾਹੁੰਦੇ ਹੋਣਗੇ। ਤਾਂ ਮੈਂ ਬੇਨਤੀ ਕਰਦਾ ਕਿ ਜੇ ਕੋਈ ਬਿਜ਼ਨਸ ਇਹ 'ਚ ਇਨਵੈਸਟ ਕਰਨਾ ਚਾਹੁੰਦਾ ਤਾਂ ਮੈਂ ਬਹੁਤ ਇੰਟਰਸਟਡ ਹਾਂ ਕਿ ਆਪਾਂ ਇੱਕ ਹਸਪਤਾਲ ਖੋਲ੍ਹੀਏ ਜਿਹਦੇ 'ਚ ਕਿ ਕੋਈ 50 ਬੈੱਡ ਜਾਂ 100 ਬੈੱਡ ਦਾ ਹਸਪਤਾਲ ਹੋਵੇ, ਜਿਸ 'ਚ ਕਿ ਦਾਖਲ ਕਰਕੇ ਵੀ ਆਪਾਂ ਇਲਾਜ ਕਰ ਸਕੀਏ। ਕਿਉਂਕਿ ਬਹੁਤ ਸਾਰੇ ਮਰੀਜ਼ ਨੇ ਜਿਹੜੇ ਹੁਣ ਉਹ ਮੇਰਠ ਤੋਂ ਆਈ ਹੋਈ ਇੱਕ ਲੇਡੀ ਸੀਗੀ, ਮੇਰਠ ਦੀ ਲੇਡੀ ਨੂੰ ਮੈਂ ਐਸਾ ਦੁਬਿਧਾ 'ਚ ਫਸਿਆ ਕਿ ਹੁਣ ਮੈਨੂੰ ਕੀ ਕਵਾਂ, ਕਿੱਥੇ ਜਾ। ਉਹ ਵਿਚਾਰੀ ਇਹ ਆਸ ਲੈ ਕੇ ਆਈ ਸੀ ਵੀ ਮੇਰਾ ਕੁਝ ਹੋਏਗਾ, ਲੇਕਿਨ ਮੈਨੂੰ ਫਿਰ ਵੀ ਉਹਨੂੰ ਵਿੱਚ ਵਿਚਾਲੇ ਜਾ ਕੋਈ ਬਹੁਤਾ ਉਹਦੀ ਤਸੱਲੀ ਨਹੀਂ ਕਰਾ ਸਕਿਆ ਕਿ ਮੈਂ ਉੱਥੇ ਬੈਠੀ ਦਾ ਕੋਈ ਹੈਲਪ ਕਰ ਨਹੀਂ ਸਕਦਾ, ਅਤੇ 2 ਲੋੜ ਉਹਨੂੰ ਦਾਖਲੇ ਦੀ ਹੈ। ਇਸ ਕਰਕੇ ਆਪਾਂ ਆਉਣ ਵਾਲੇ ਸਮੇਂ ਜ਼ਰੂਰ ਵੱਡਾ ਹਸਪਤਾਲ ਖੋਲਾਂਗੇ, ਲੇਕਿਨ ਇਹ ਜਿਹੜਾ ਦੂਜਾ ਸੈਂਟਰ ਖੋਲ੍ਹਣਾ ਪਿਆ ਉਹ ਇਸ ਮਜਬੂਰੀ 'ਚ ਖੋਲ੍ਹਣਾ ਪਿਆ ਕਿ ਉੱਧਰ ਥਾਂ ਘੱਟ ਸੀਗੀ, ਅਤੇ ਉੱਧਰ ਜਿਹੜੀ ਥਾਂ ਘੱਟ ਪੈਣ ਕਰਕੇ ਇਹ ਸੈਂਟਰ ਖੋਲ੍ਹਿਆ। ਇੱਥੇ ਮੈਂ ਹਰ ਰੋਜ਼ ਸ਼ਾਮ ਨੂੰ ਹੋਊਂਗਾ 4 ਤੋਂ 7 ਇਸ ਸੈਂਟਰ 'ਚ, ਅਤੇ ਸਵੇਰੇ ਦੁਪਹਿਰ ਤੋਂ ਪਹਿਲਾਂ ਉੱਥੇ, ਅਤੇ ਫਿਰ ਹਰ ਸ਼ਨੀਵਾਰ ਨੂੰ ਫੁੱਲ ਡੇ ਇੱਥੇ ਹੋਇਆ ਕਰਾਂਗੇ ਆਪਾਂ, ਅਤੇ ਨਾਲ ਸੈਮੀਨਾਰ ਕਰਿਆ ਕਰਾਂਗੇ। ਸੋ ਇੱਦਾਂ ਦਾ ਪ੍ਰੋਗਰਾਮ ਬਣਾਇਆ। ਉੱਧਰ ਵੀ ਆਪਾਂ ਸੈਮੀਨਾਰ ਜ਼ਰੂਰ ਇੱਕ ਦਿਨ ਕਰਿਆ ਕਰਾਂਗੇ, ਚਾਹੇ ਆਪਾਂ ਫਰਾਈਡੇ ਰੱਖ ਲਾਂਗੇ ਜਾਂ ਥਰਸਡੇ ਰੱਖ ਲਾਂਗੇ। ਅਜੇ ਉੱਧਰ ਹਾਲ ਤਿਆਰ ਹੋ ਰਿਹਾ, ਜਿੱਦਣ ਉਹ ਹਾਲ ਤਿਆਰ ਹੋ ਗਿਆ 2 ਮਹੀਨੇ 'ਚ ਆਪਾਂ ਉੱਧਰ ਵੀ ਇੱਕ ਦਿਨ ਸੈਮੀਨਾਰ ਰੱਖਾਂਗੇ, ਤਾਂ ਕਿ ਵੱਡੇ ਪੱਧਰ 'ਤੇ ਆਪਾਂ ਜਿਹੜੇ ਲੋਕ ਸਿੱਖਣਾ ਚਾਹੁੰਦੇ ਆ ਅਤੇ ਜਿਹੜੇ ਲੋਕ ਇਸ ਕਨਸੈਪਟ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਆਪਾਂ ਡਿਟੇਲ ਨੌਲੇਜ ਵੀ ਕ੍ਰੀਏਟ ਕਰੀਏ। ਤੁਸੀਂ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਅਸੀਂ ਹਸਪੀਟਲ ਜਿਹੜਾ ਸਾਡਾ ਇਸ ਤਰੀਕੇ ਨਾਲ ਕੰਮ ਕਰੇਗਾ ਕਿ ਕੁਝ ਨਵੀਂ ਜਿਹੜੀ ਚੀਜ਼ਾਂ ਵੀ ਲੈ ਕੇ ਆਏ ਹੋ। ਜਿਸ ਤਰ੍ਹਾਂ ਤੁਸੀਂ ਪਹਿਲਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਸੀਗਾ ਕਿ ਤੁਸੀਂ ਸਿਰਫ ਡਾਈਟ ਦੇ ਉੱਤੇ ਹੀ ਚੱਲ ਰਹੇ ਸੀ, ਡਾਈਟ ਤੁਹਾਡਾ ਅੱਜ ਵੀ ਮੁੱਖ ਜਿਹੜਾ ਹੋਏਗਾ ਉਹ ਕੰਸਲਟੈਂਸੀ ਹੋਏਗੀ, ਲੇਕਿਨ ਕੁਝ ਪ੍ਰੋਡਕਟ ਵੀ ਮੈਂ ਦੇਖੇ ਨੇ ਤੁਹਾਡੇ ਵਿੱਚ ਨੀਚੇ ਜਿਹੜੇ ਸਟੋਰ ਦੇ ਵਿੱਚ ਜਿਹੜੇ ਪ੍ਰੋਡਕਟ ਵੀ ਤੁਸੀਂ ਰੱਖੇ ਨੇ, ਔਰ ਪ੍ਰੋਡਕਟ ਜਿਹੜੇ ਕਾਫੀ ਇਫੈਕਟਿਵ ਲੱਗ ਰਹੇ ਨੇ ਮੈਨੂੰ, ਕੀ ਉਹ ਵੀ ਤੁਸੀਂ ਐਤਕੀ ਹੁਣ ਤੋਂ ਰਿਕਮੈਂਡ ਕਰੋਗੇ? ਨਹੀਂ ਬਿਲਕੁਲ, ਕਿਉਂਕਿ ਬਿਮਾਰੀਆਂ ਬਹੁਤ ਗੰਭੀਰ ਰੂਪ 'ਚ ਨੇ ਲੋਕ ਬਿਮਾਰ, ਔਰ ਬਹੁਤ ਮਲਟੀਪਲ ਬਿਮਾਰੀਆਂ ਨੇ, ਔਰ ਬੜੀ ਰੈਜ਼ਿਸਟੈਂਟ ਟਾਈਪ ਹੈ। ਤਾਂ ਲੋੜ ਪਏਗੀ ਕੁਛ ਹਰ ਮਰੀਜ਼ ਨੂੰ ਮਹੀਨਾ 2 ਮਹੀਨੇ ਕੁਛ ਇਹੋ ਜਿਹੇ ਵੈਲਨੈਸ ਪ੍ਰੋਡਕਟਸ ਦੀ ਜ਼ਰੂਰਤ ਪਏਗੀ ਜਿਹੜੇ ਕਿ ਡਾਈਟ ਨੂੰ ਸਪੋਰਟ ਕਰਨਗੇ। ਯਾਨੀ ਜਿਵੇਂ ਆਪਾਂ ਕਹਿੰਦੇ ਡਾਈਟ ਪਲੱਸ ਮੈਡੀਸਨਲ ਪਲਾਂਟਸ ਪਲੱਸ ਕੁਛ ਹਰਬਲ ਪ੍ਰੋਡਕਟਸ, ਤਾਂ ਕਿ ਜਿਹੜੇ ਜਲਦੀ ਮਰੀਜ਼ ਠੀਕ ਹੋਵੇ, ਕਿਉਂਕਿ ਰਿਜ਼ਲਟ ਚਾਹੀਦਾ। ਤਾਂ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਆਪਾਂ ਕੁਛ ਪ੍ਰੋਡਕਟਸ ਯੂਜ਼ ਕਰਾਂਗੇ। ਮੇਰੇ ਵੱਲੋਂ ਬਹੁਤ ਸ਼ੁਭਕਾਮਨਾਵਾਂ ਜੀ ਡਾਕਟਰ ਸਾਹਿਬ, ਤੁਹਾਡਾ ਪਰਮਾਤਮਾ ਕਰੇ ਵੀ ਇਹ ਜੋ ਤੁਹਾਡਾ ਸੁਪਨਾ ਹੈ ਅਤੇ ਜੋ ਤੁਸੀਂ ਸਮਾਜ ਦੀ ਸੇਵਾ ਲਈ ਅੱਗੇ ਵਧੇ ਹੋ, ਬਹੁਤ ਤੁਹਾਨੂੰ ਜਿਹੜਾ ਇਹ 'ਚ ਕਾਮਯਾਬੀ ਮਿਲੇ। ਜੋ ਕੁਲਵੰਤ ਜੀ ਤੁਹਾਡੇ ਵਰਗੇ ਦੋਸਤਾਂ ਦੀ ਬਹੁਤ ਇੱਕ ਸਾਥ ਹੈ, ਕਿਉਂਕਿ ਤੁਹਾਡੇ ਤੋਂ ਬਿਨਾਂ ਜਿਹੜਾ ਹੈ ਸਾਡੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ। ਸੋ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਤੱਕ ਗੱਲ ਪਹੁੰਚੇ, ਔਰ ਤੁਹਾਡੇ ਅੱਜ ਬਹੁਤ ਵੱਡਾ ਯੋਗਦਾਨ ਹੈ ਮੈਂ ਸਮਝਦਾ, ਔਰ ਧੰਨਵਾਦ ਤੁਹਾਡਾ ਕਿ ਤੁਸੀਂ ਮਿਹਨਤ ਕਰਦੇ ਹੋ ਇੰਨੀ, ਔਰ ਮਿਹਨਤ ਕਰਕੇ ਵੀਡੀਓ ਬਣਾਉਂਦੇ ਹੋ, ਔਰ ਤੁਹਾਡੇ 'ਚ ਗੁਣ ਵੀ ਹੈ ਕਿ ਤੁਸੀਂ ਗੱਲ ਨੂੰ ਜਿਹੜੀ ਹੈ ਪਕੜ ਹੈ ਤੁਹਾਡੀ ਸਬਜੈਕਟ ਦੇ ਉੱਪਰ। ਔਰ ਹੈਲਥ ਦੇ ਵਿਸ਼ੇ 'ਤੇ ਜਿਹੜੀ ਪੱਤਰਕਾਰੀ ਹੈ ਐਡੀ ਸੌਖੀ ਨਹੀਂ ਹੁੰਦੀ, ਬੜੀ ਔਖੀ ਪੱਤਰਕਾਰੀ ਹੈ ਹੈਲਥ ਦੇ ਵਿਸ਼ੇ ਦੀ, ਕਿ ਗਿਆਨ ਹੋਣਾ ਚਾਹੀਦਾ। ਸੋ ਤੁਹਾਨੂੰ ਉਹ ਪਕੜ ਬਣੀ ਹੈ, ਅਤੇ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਤੁਸੀਂ ਹੈਲਥ ਦੇ ਫੀਲਡ 'ਚ ਹੀ ਕੰਟਰੀਬਿਊਟ ਕਰਦੇ ਰਹੋ। ਔਰ ਹੈਲਥ ਦਾ ਫੀਲਡ ਇੱਕ ਬੜਾ ਸਮੁੰਦਰ ਹੈ, ਇਸ ਫੀਲਡ ਜਿੰਨਾ ਵੀ ਕੰਟਰੀਬਿਊਟ ਕਰੋਗੇ ਤੁਹਾਨੂੰ ਲੱਗੂਗਾ ਕਿ ਨਵੀਂ ਗੱਲ ਮਿਲ ਰਹੀ ਹੈ। ਜਿੱਦਾਂ ਤੁਹਾਨੂੰ ਅੱਜ ਕੁਛ ਇੱਥੇ ਗੱਲਾਂ ਨਵੀਆਂ ਲੱਗੀਆਂ ਨੇ, ਤਾਂ ਮੈਨੂੰ ਇਹ ਉਮੀਦ ਹੈ ਕਿ ਜਿੰਨਾ ਚਿਰ ਵੀ ਆਪਾਂ ਕੰਮ ਕਰਾਂਗੇ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਹੋਏਗੀ। ਇਸ ਕਰਕੇ ਇੱਕ ਫੀਲਡ ਹੀ ਇੱਦਾਂ ਦਾ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਆਸ਼ੀਰਵਾਦ ਚਾਹੀਦਾ, ਅਤੇ ਮੈਂ ਪਬਲਿਕ ਦੀ ਸੇਵਾ ਦੇ ਵਿੱਚ ਪਬਲਿਕ ਦੇ ਹਿੱਤਾਂ ਲਈ ਹਮੇਸ਼ਾ ਹਾਜ਼ਰ ਰਹਾਂਗਾ। ਆਪਾਂ ਸੈਂਟਰ ਦੇ ਅੱਗੇ ਕੁਝ ਹੋਰ ਪਾਸੇ ਦੇਖਦੇ ਹਾਂ, ਜਿੱਥੇ ਕੀ ਹੋ ਰਿਹਾ, ਹੋਰ ਕਿੱਦਾਂ ਦੇ ਅੰਦਰ ਇਲਾਜ ਦੇ ਲਈ ਕਿਹੜੇ ਜਿਹੜੇ ਰੂਮ ਦੇ ਵਿੱਚ ਕੀ ਹੋ ਰਿਹਾ, ਕੌਣ ਇੱਥੇ ਹੋਰ ਕੰਮ ਕਰ ਰਿਹਾ, ਤਾਂ ਕਿ ਆਪਾਂ ਪਬਲਿਕ ਨੂੰ ਇਹ ਦੱਸ ਸਕੀਏ ਜੀ ਕਿ ਜਦੋਂ ਇਸ ਸੈਂਟਰ ਦੇ ਵਿੱਚ ਤੁਸੀਂ ਆਉਂਦੇ ਹੋ ਤਾਂ ਅੰਦਰ ਪਹੁੰਚ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿੱਥੇ ਜਾ ਕੇ ਤੁਹਾਨੂੰ ਕਿਹੜੀ ਕੰਸਲਟੈਂਸੀ ਮਿਲਣੀ ਹੈਗੀ ਹੈ, ਕਿਹੜੇ ਰੂਮ ਦੇ ਵਿੱਚ ਜਾ ਕੇ ਤੁਹਾਨੂੰ ਕੌਣ ਜਿਹੜਾ ਤੁਹਾਨੂੰ ਅੱਗੇ ਰਿਪਰੈਜ਼ੈਂਟ ਕਰਨ ਵਾਲਾ, ਕਿੱਦਾਂ ਦੇ ਜਿਹੜੀ ਸ਼ਖਸੀਅਤਾਂ ਨੇ ਜਿਹੜੀਆਂ ਤੁਹਾਨੂੰ ਕੰਸਲਟੈਂਸੀ ਦੇਣਗੀਆਂ। ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਰਾਜੇਸ਼ ਸਿੰਗਲਾ ਜੀ, ਜਿਨ੍ਹਾਂ ਨੂੰ ਆਪਾਂ ਅਕਸਰ ਪਹਿਲਾਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਉਹਨਾਂ ਨਾਲ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਜਿਹੜੀਆਂ ਪਬਲਿਕ ਤੱਕ ਪਹੁੰਚਾਈਆਂ ਨੇ। ਉਹ ਸਿੰਗਲਾ ਸਾਹਿਬ ਵੀ ਇਸ ਵੇਲੇ ਜਿਹੜੇ ਆ ਕੰਸਲਟੈਂਸੀ ਦੇ ਰਹੇ ਨੇ ਅਤੇ ਉਹ ਬੈਠੇ ਨੇ। ਸਿੰਗਲਾ ਸਾਹਿਬ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਸ ਸੈਂਟਰ 'ਚ ਬੈਠੇ ਸੀ, ਅੱਜ ਇਸ ਸੈਂਟਰ 'ਚ ਆਏ ਹੋ, ਕਿ ਇੱਥੇ ਕੁਝ ਆ ਕੇ ਕੁਝ ਨਵਾਂ ਬਦਲਾਅ ਕਰਨ ਜਾ ਰਹੇ ਹੋ ਕਿ ਕੰਸਲਟੈਂਸੀ ਅਤੇ ਜਿਹੜੀਆਂ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਰਹਿਣਗੀਆਂ? ਸਿੰਗਲਾ ਸਾਹਿਬ, ਮਾਫੀ ਚਾਹੁੰਦਾ ਤੁਹਾਨੂੰ ਰੋਕ ਰਿਹਾ, ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ, ਥੈਂਕ ਯੂ ਵੈਰੀ ਮਚ ਕੁਲਵੰਤ ਜੀ। ਸਿੰਗਲਾ ਸਾਹਿਬ, ਤੁਸੀਂ ਨਵੇਂ ਸੈਂਟਰ ਦੇ ਵਿੱਚ ਇੱਥੇ ਆ ਗਏ ਹੋ ਅਤੇ ਵੱਖਰਾ ਇੱਕ ਮਾਹੌਲ ਹੈ, ਅਤੇ
ਪੇਸ਼ੈਂਟਸ ਜਿਹੜੇ ਨੇ ਉਹ ਵੀ ਵੱਖਰੇ ਨੇ ਕਿ ਪੇਸ਼ੈਂਟਸ ਉਸੇ ਤਰ੍ਹਾਂ ਦੀ ਮਾਨਸਿਕਤਾ ਦੇ ਨਾਲ ਆ ਰਹੇ ਨੇ, ਜਾਂ ਉਹਨਾਂ ਨੂੰ ਉਹਦੇ ਦਿਮਾਗ ਦੇ ਵਿੱਚ ਕੁਝ ਹੋਰ ਹੈ ਕਿ ਇੱਥੇ ਕੁਛ ਸਾਨੂੰ ਆ ਕੇ ਕੋਈ ਨਵਾਂ ਮਿਲਣ ਵਾਲਾ? ਗੱਲ ਹੈ ਕਿ ਪੇਸ਼ੈਂਟਸ ਨੂੰ ਨਾ ਅਵੇਅਰਨੈਸ ਹੋਣੀ ਸ਼ੁਰੂ ਹੋ ਚੁੱਕੀ ਹੈ, ਸਾਨੂੰ ਜੋ ਸਮਝ ਆ ਰਿਹਾ ਹੈ। ਹਾਲਾਂਕਿ ਜਦੋਂ ਪਹਿਲਾਂ ਪੇਸ਼ੈਂਟਸ ਆਉਂਦੇ ਸੀ, ਜਿਸ ਵੇਲੇ ਸੈਂਟਰ ਪਹਿਲਾਂ ਖੁੱਲ੍ਹਿਆ ਸੀਗਾ, ਉਸ ਵੇਲੇ ਉਹ ਡਿਫਰੈਂਟ ਮਾਨਸਿਕਤਾ ਨਾਲ ਆਉਂਦੇ ਸੀਗੇ। ਹੁਣ ਕੁਝ ਮਾਨਸਿਕਤਾ ਉਹਨਾਂ ਦੀ ਚੇਂਜ ਹੋ ਚੁੱਕੀ ਹੈ। ਉਹ ਪਹਿਲਾਂ ਹੀ ਸੋਚ ਕੇ ਆਉਂਦੇ ਆ ਕਿ ਹਾਂ ਅਸੀਂ ਡਾਈਟ ਦੇ ਨਾਲ ਤੇ ਅੱਛੇ ਲਾਈਫਸਟਾਈਲ ਦੇ ਨਾਲ ਠੀਕ ਹੋਣਾ ਹੈ। ਪਰ ਹਜੇ ਵੀ ਕੁਝ ਡਿਫਰੈਂਟ ਪੇਸ਼ੈਂਟ ਆ ਜਾਂਦੇ ਨੇ ਜਿਹੜੇ ਕੁਐਸਚਨਸ ਕਰਦੇ ਨੇ, ਡਿਫਰੈਂਟ ਐਲੋਪੈਥੀ ਨੂੰ ਲੈ ਕੇ ਕਰਦੇ ਨੇ, ਅਸੀਂ ਕਿਵੇਂ ਦਵਾਈਆਂ ਛੱਡ ਦਈਏ। ਤਾਂ ਅਸੀਂ ਉਹਨਾਂ ਨੂੰ ਜਦੋਂ ਪ੍ਰੋਪਰਲੀ ਤਰੀਕੇ ਨਾਲ ਸਮਝਾਉਂਦੇ ਹਾਂ ਤਾਂ ਸਾਇੰਟੀਫਿਕਲੀ ਵੀ ਸਮਝਾਉਂਦੇ ਹਾਂ ਉਹਨਾਂ ਨੂੰ ਵੀ ਇਹ ਵੀ ਇੱਕ ਸਾਇੰਸ ਹੈ, ਤਾਂ ਉਹਨਾਂ ਨੂੰ ਸਮਝ ਆਉਣ ਲੱਗ ਗਈ ਗੱਲ, ਕਿਉਂਕਿ ਉਹਦੇ ਨਾਲ ਰਿਜ਼ਲਟਸ ਬਹੁਤ ਅੱਛੇ ਆ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜਦੋਂ ਕੋਈ ਪੇਸ਼ੈਂਟ ਆਉਂਦਾ ਹੈ, ਉਹ ਪਹਿਲਾਂ ਹੀ ਕਿਸੇ ਨਾ ਕਿਸੇ ਰੈਫਰੈਂਸ ਨੂੰ ਦੇਖ ਕੇ ਆਉਂਦਾ ਹੈ ਕਿ ਮੇਰਾ ਫਲਾਣਾ ਦੋਸਤ ਠੀਕ ਹੋਇਆ, ਮੇਰਾ ਫਲਾਣਾ ਰਿਸ਼ਤੇਦਾਰ ਠੀਕ ਹੋਇਆ। ਉਹਨੂੰ ਪਹਿਲਾਂ ਹੀ ਕੁਝ ਫੀਡਿੰਗ ਹੋਈ ਹੁੰਦੀ ਹੈ, ਤਾਂ ਮੈਂਟਲੀ ਸਟੇਬਲ ਹੋ ਕੇ ਆਏ ਹੁੰਦੇ ਨੇ। ਸਮਝਣ ਦੇ ਲਈ ਉਹਨਾਂ ਦਾ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ ਥੋੜ੍ਹੀ ਉਹਨਾਂ ਦੀ। ਠੀਕ ਹੈ, ਤੁਸੀਂ ਇਹ ਕਹਿ ਰਹੇ ਪੇਸ਼ੈਂਟ ਦੇ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ। ਤੁਹਾਡੇ ਕੋਲ ਇੱਕ ਪੇਸ਼ੈਂਟ ਬੈਠਾ, ਮੈਂ ਇਹਨਾਂ ਤੋਂ ਜਾਣਕਾਰੀ ਲੈਣਾ ਕਿ ਵਾਕਈ ਪੋਜ਼ਿਟਿਵ ਥਿੰਕਿੰਗ ਨਾਲ ਆਏ, ਉਰੇ ਕਿਉਂ ਆ ਗਏ? ਹੋਰ ਵੀ ਤਾਂ ਹਸਪੀਟਲ ਹੈਗੇ ਨੇ। ਸਰ ਇੱਥੇ ਸਿਰਫ ਡਾਈਟ ਦੇ ਨਾਲ ਹੀ ਬੰਦੇ ਨੂੰ ਠੀਕ ਕੀਤਾ ਜਾਂਦਾ ਜੀ। ਸਰ ਜਿਵੇਂ ਕਿ ਐਲੋਪੈਥਿਕ ਤਾਂ ਆਪਣੀ ਕਾਫੀ ਉੱਚ ਕੈਮੀਕਲ ਜਿਹੜੇ ਹੁੰਦੇ ਨੇ ਆਪਾਂ ਨੂੰ ਹਾਰਮ ਹੀ ਕਰਦੇ ਨੇ। ਇੱਥੇ ਸਰ ਜਿਸ ਮੈਂ ਸੁਣਿਆ ਸੀ, ਮੈਂ ਸਾਡੇ ਕਾਫੀ ਪੇਸ਼ੈਂਟ ਠੀਕ ਹੋਏ ਨੇ, ਜਿਵੇਂ ਕੈਂਸਰ ਤੱਕ ਦੇ। ਇੱਕ ਬੱਚੇ ਦੀ ਮੈਂ ਵੀਡੀਓ ਦੇਖੀ ਸਰ, ਉਹ 10 ਸਾਲ ਦਾ ਬੱਚਾ ਸੀ। ਉਹ ਕਹਿੰਦੇ ਬਚਪਨ ਤੋਂ ਹੀ ਵੀ ਮੈਂ ਬਿਮਾਰ ਸੀ ਅਤੇ ਮੇਰੀ ਇੰਸੂਲਿਨ ਲੱਗਦੀ ਸੀ। ਵੀਡੀਓ ਕਿੱਥੇ ਦੇਖੀ ਸੀ ਤੁਸੀਂ? ਸਰ ਮੈਨੂੰ ਇੱਥੇ ਮੇਰੀ ਫਰੈਂਡ ਆ ਜੀ, ਉਹਨਾਂ ਨੇ ਬਣਾ ਕੇ ਭੇਜੀ, ਮੈਨੂੰ ਪਰਸਨਲੀ ਭੇਜੀ ਸੀ ਜੀ। ਹਾਂਜੀ। ਅਤੇ ਸਰ ਉਹਨਾਂ ਨੇ ਜਦੋਂ ਮੈਨੂੰ ਦਿਖਾਈ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਜਦੋਂ ਉਹ ਬੱਚੇ ਨੇ ਦੱਸਿਆ ਨਾ ਕਿ ਮੈਂ ਮਹੀਨੇ ਵਿੱਚ ਹੀ ਠੀਕ ਹੋ ਗਿਆ। ਅਤੇ ਉਹਦੀ ਮਦਰ ਕਹਿੰਦੇ ਕਿ ਮੈਂ ਤਾਂ ਭੁੱਲ ਜਾਂਦੀ ਸੀ ਡਾਈਟ ਦੇ ਵਿੱਚ, ਬਟ ਇਹ ਬੱਚਾ ਯਾਦ ਰੱਖਦਾ ਸੀ। ਤਾਂ ਉਹ ਬੱਚੇ ਨੂੰ ਕਹਿੰਦੇ ਕਿ 2-3 ਮਹੀਨੇ ਦਾ ਟਾਈਮ ਦਿੱਤਾ ਸੀ ਔਰ ਇਹ ਬੱਚਾ 1 ਮਹੀਨੇ 'ਚ ਠੀਕ ਹੋ ਗਿਆ। ਤਾਂ ਸਰ ਮੈਨੂੰ ਇਸ ਨਾਲ ਨਾ ਪੋਜ਼ੀਟਿਵਿਟੀ ਆਈ ਅਤੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਮੈਂ ਵੀ ਇੱਧਰ ਹੀ ਆਵਾਂ। ਸਰ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਅਤੇ ਇਸ ਕਰਕੇ ਮੈਂ ਉਹਨਾਂ ਦੇ ਨਾਲ ਕੰਸਲਟ ਕਰਨ ਆਈ ਹਾਂ। ਕਿਆ ਪਤਾ ਪਰਮਾਤਮਾ ਕਰੇ ਤੁਸੀਂ ਜਲਦੀ ਠੀਕ ਹੋ। ਸਾਡੀ ਇਹੀ ਦੁਆ ਹੈ। ਨਿਊਜ਼ ਏਸ਼ੀਆ ਪੰਜਾਬੀ ਦੇ ਉੱਤੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਵੱਲੋਂ ਵੀ ਤੁਹਾਨੂੰ ਇੱਕ ਅਪੀਲ ਕਰਾਂਗੇ, ਤੁਹਾਡੇ ਲਈ ਦੁਆ ਕਰਨਗੇ ਵੀ ਤੁਸੀਂ ਜਲਦੀ ਠੀਕ ਹੋ। ਆਹ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਟਾਫ ਜਿਹੜਾ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਦੀ ਕੰਸਲਟੈਂਸੀ ਦੇ ਰਿਹਾ। ਸਟਾਫ ਦੇ ਕੋਲ ਜਿਹੜੇ ਪੇਸ਼ੈਂਟਸ ਬੈਠੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਤੇ ਕਿੱਦਾਂ ਜਿਹੜੇ ਨੇ ਉਹ ਪੇਸ਼ੈਂਟ ਬੜੀ ਇਕਾਗਰ ਹੋ ਕੇ ਉਹਨਾਂ ਦੀ ਗੱਲ ਸੁਣ ਰਹੇ ਨੇ ਤੇ ਤਾਂ ਕਿ ਉਸ ਡਾਈਟ ਨੂੰ ਫੋਲੋ ਕਰਨ ਲੱਗੇ ਉਹਨਾਂ ਨੂੰ ਕਦੇ ਕੋਈ ਪ੍ਰੋਬਲਮ ਨਾ ਆਵੇ, ਘਰ ਜਾ ਕੇ ਪਹੁੰਚ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਸਮਝਾਇਆ ਜਾਂਦਾ, ਕੋਈ ਜਲਦੀ ਨਹੀਂ। ਜਿੰਨੀ ਵਾਰ ਮਰਜ਼ੀ ਪੇਸ਼ੈਂਟ ਪੁੱਛੇ ਉਸ ਨੂੰ ਪੂਰੀ ਤਰੀਕੇ ਨਾਲ ਸਮਝਾ ਕੇ ਉਹਦੇ ਦਿਮਾਗ ਵਿੱਚ ਪਾ ਕੇ ਲੋੜ ਪੈਂਦੀ ਹੈ ਤਾਂ ਉਹ ਫਿਰ ਦੁਬਾਰਾ ਕਾਲ ਕਰਕੇ ਉਸ ਤੋਂ ਇਸ ਚੀਜ਼ ਦੇ ਉੱਤੇ ਕਨਫਰਮ ਕਰ ਲੈਂਦਾ। ਇਹ ਪਾਸਾ ਜਿਹੜਾ ਇੱਥੇ ਕਮਲਜੀਤ ਸਿੰਘ ਜੀ ਨੇ ਜਿਹੜੇ ਕਿ ਇਹ ਆਪਣਾ ਕੋਈ ਵੀ ਹਰ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਨੂੰ ਇਹ ਵੀ ਕੰਸਲਟੈਂਸੀ ਦਿੰਦੇ ਨੇ। ਆਪਾਂ ਇਹਨਾਂ ਤੋਂ ਵੀ ਜਾਣਦੇ ਹਾਂ ਤੁਹਾਡੇ ਕੋਲ ਜਿਹੜੇ ਆ ਇੱਥੇ ਉੱਥੇ ਦਾ ਰੋਲ ਤੇ ਇੱਥੇ ਦਾ ਰੋਲ ਕਿੱਦਾਂ ਫਰਕ ਦੇਖਦੇ ਹੋ? ਉੱਥੇ ਦੇ ਸੈਂਟਰ ਦੇ ਇੱਥੇ ਦੇ ਸੈਂਟਰ ਦੇ ਵਿੱਚ ਜਿਹੜਾ ਐਸ ਪਰ ਪਲਾਨ ਹੈ ਸਾਡਾ ਡਾਈਟ ਦਾ ਜਾਂ ਸਾਡੀ ਜਿਹੜੀ ਨੌਲੇਜ ਹੈ ਜੋ ਅਸੀਂ ਗਾਈਡੈਂਸ ਦੇ ਰਹੇ ਉਹ ਤਾਂ ਸੇਮ ਹੈ। ਦ ਓਨਲੀ ਡਿਫਰੈਂਸ ਇਹ ਹੈ ਕਿ ਡੈਮੋਗ੍ਰਾਫੀ ਜਿਹੜਾ ਜੀਓਗ੍ਰਾਫੀਕਲ ਏਰੀਆ ਦਾ ਡਿਫਰੈਂਸ ਉਹ ਤਾਂ ਹੈ ਹੀ ਹੈ। ਕੁਝ ਲੋਕ ਉੱਥੇ ਈਜ਼ੀਲੀ ਪਹੁੰਚ ਸਕਦੇ ਨੇ, ਕੁਝ ਲੋਕ ਇਹ ਨੇੜੇ ਆ, ਸਿਟੀ ਦੇ ਬੱਸ ਸਟੈਂਡ ਦੇ ਨੇੜੇ ਆ, ਲੋਕਾਂ ਚੰਡੀਗੜ੍ਹ ਇੱਧਰੋਂ ਉੱਧਰੋਂ ਆਉਣਾ ਈਜ਼ੀ ਹੋ ਜਾਂਦਾ ਅਤੇ ਸਿਟੀ ਦੇ ਨੇੜੇ ਹੋ ਜਾਂਦਾ। ਉਹ ਥੋੜ੍ਹਾ ਇੰਟੀਰੀਅਰ 'ਚ ਜਾ ਕੇ ਹੋ ਗਿਆ ਸੀਗਾ। ਇੱਕ ਤਾਂ ਇਹ ਡਿਫਰੈਂਸ ਹੈ। ਉਸ ਤੋਂ ਇਲਾਵਾ ਅੱਜ ਮੇਰਾ ਫਸਟ ਡੇ ਹੈ ਇੱਥੇ। ਅਸੀਂ ਕੱਲ੍ਹ ਹੀ ਟ੍ਰੇਨਿੰਗ ਸ਼ੁਰੂ ਕੀਤੀ ਹੈ ਅਤੇ 2 ਦਿਨ ਦਾ ਟ੍ਰੇਨਿੰਗ ਕੈਂਪ ਸੀ। ਜਿੰਨੇ ਕੁ ਪੇਸ਼ੈਂਟਸ ਦਾ ਮੇਰਾ ਐਕਸਪੀਰੀਅੰਸ ਹੋਇਆ ਅੱਜ ਦਾ ਮੈਂ ਨੋਟਿਸ ਕੀਤਾ, ਕੁਝ ਓਲਡ ਪੇਸ਼ੈਂਟ ਆਏ, ਕੁਝ ਪੇਸ਼ੈਂਟ ਕੁਝ ਬਾਹਰੋਂ ਵੀ ਆਏ ਨੇ ਫॉर ਅਟੈਂਡਿੰਗ ਦ ਕੈਂਪ। ਉਹਨਾਂ ਨੇ ਨੌਲੇਜ ਹਾਸਿਲ ਕਰਨੀ ਸੀ, ਉਹ ਇਹਨਾਂ ਦੇ ਵਾਂਟ ਮੋਰ ਨੌਲੇਜ। ਦਿੱਲੀ ਤੋਂ ਇੱਕ ਮੈਡਮ ਆਏ ਅਤੇ ਉਹ ਇੰਜੋਏ ਕਰ ਰਹੇ ਸੀ ਕਿ ਫੈਸਟੀਵਲ ਦੀ ਤਰ੍ਹਾਂ ਸੀ, ਇੱਕ ਫੇਟ ਦੀ ਤਰ੍ਹਾਂ ਲੱਗ ਰਿਹਾ ਸੀ। ਸੈਮੀਨਾਰ ਹੋ ਰਹੇ ਨੇ ਡਾਕਟਰ ਸਾਹਿਬ ਦੇ, ਪੇਸ਼ੈਂਟ ਵੀ ਅਸੀਂ ਦੇਖ ਰਹੇ ਹਾਂ। ਹੁਣ ਮੈਂ ਇੱਕ ਪੇਸ਼ੈਂਟ ਆਏ ਨੇ, ਇਹਨਾਂ ਦੀ ਮੈਂ ਕਾਉਂਸਲਿੰਗ ਕਰ ਰਿਹਾ ਸੀ। ਬਾਕੀ ਸਾਡਾ ਸਟਾਈਲ ਉਹੀ ਹੈ। ਓਨਲੀ ਥਿੰਗ ਇਜ਼ ਥੋੜ੍ਹਾ ਇਨਫਰਾਸਟਰਕਚਰ ਥੋੜ੍ਹਾ ਜਿਹਾ ਚੇਂਜ ਕੀਤਾ ਗਾ। ਮਾਹੌਲ ਚੇਂਜ ਹੁੰਦਾ ਸਪੇਸ ਹੈ ਇੱਥੇ ਅਤੇ ਇੱਥੇ ਜਦੋਂ ਸਾਡੇ ਕੋਲ ਐਂਬੀਐਂਸ ਵਧੀਆ ਹੋਏਗੀ ਉਹਦਾ ਇੱਕ ਡਿਫਰੈਂਸ ਕੀ ਪੈਂਦਾ ਗਾ ਕਿ ਅਸੀਂ ਜਿਹੜੀ ਸਾਡੀ ਕਾਉਂਸਲਿੰਗ ਹੈ ਹੋਰ ਬੈਟਰ ਹੋ ਜਾਂਦੀ ਹੈ। ਹੁਣ ਮੈਂ ਇੱਕ ਪੇਸ਼ੈਂਟ ਦੀ ਕਾਉਂਸਲਿੰਗ ਕਰ ਰਿਹਾ ਸੀ ਤਾਂ ਜਦੋਂ ਅਸੀਂ ਕਾਉਂਸਲਿੰਗ ਕਰਦੇ ਹਾਂ ਇਹ ਨਹੀਂ ਵੀ ਅਸੀਂ ਡਾਈਟ ਦੱਸ ਦਈਏ ਜਾਂ ਹਿਸਟਰੀ ਲੈ ਕੇ ਸ਼ੁਰੂ ਕਰ ਦਈਏ। ਅਸੀਂ ਇਹ ਦੇਖਦੇ ਹਾਂ ਬੰਦਾ ਫ੍ਰੀ ਟਾਈਮ ਕਿੰਨਾ ਹੈ, ਬਿਜ਼ੀ ਟਾਈਮ ਕਿੰਨਾ ਹੈ, ਬੰਦਾ ਟਾਈਮ ਕਿਵੇਂ ਸਪੈਂਡ ਕਰਦਾ, ਉਸ ਟਾਈਮ 'ਚ ਸੋਚਦਾ ਕੀ ਹੈ, ਉਹਦੇ ਸਾਈਕੋਲੋਜੀ ਜਿਹੜੀ ਕਿ ਜਿਸ ਚੀਜ਼ ਦੇ ਤੁਸੀਂ ਮਾਹਰ ਹੋ। ਦੱਸ ਦਈਏ ਕਮਲਜੀਤ ਸਿੰਘ ਜੀ ਸਾਈਕੋਲੋਜਿਸਟ ਨੇ, ਇਹਨਾਂ ਨੇ ਸਾਈਕੋਲੋਜੀ ਦੀ ਐਮਏ ਵੀ ਕੀਤੀ ਹੈ। ਇੱਥੇ ਐਜ਼ ਅ ਸਾਈਕੋਲੋਜਿਸਟ ਜਿਹੜੇ ਨੇ ਉਹ ਇੱਥੇ ਸੇਵਾਵਾਂ ਨਿਭਾ ਰਹੇ ਨੇ ਅਤੇ ਜਿਹੜਾ ਵੀ ਕੋਈ ਇੱਥੇ ਪੇਸ਼ੈਂਟ ਆਉਂਦਾ ਉਹਨੂੰ ਉਹਨਾਂ ਦੀ ਸਾਈਕੋਲੋਜੀ ਨੂੰ ਸਮਝਦੇ ਨੇ ਅਤੇ ਉਹਨਾਂ ਨੂੰ ਜਿਹੜੀ ਉਸੇ ਮੁਤਾਬਕ ਜਿਹੜੀ ਆ ਉਹ ਉਸ ਚੀਜ਼ ਦੀ ਜਿਹੜੀ ਉਹ ਸਲਾਹ ਦਿੱਤੀ ਜਾਂਦੀ ਹੈ। ਆਪਾਂ ਥੋੜ੍ਹਾ ਜਿਹਾ
ਘੁੰਮ ਕੇ ਆਪਾਂ ਦੇਖਦੇ ਹਾਂ ਕਿ ਸੈਂਟਰ ਦੇ ਵਿੱਚ ਹੋਰ ਕਿੱਥੇ ਕਿੱਥੇ ਕੀ ਹੈ। ਇਹ ਇਕੱਲਾ ਉੱਪਰਲਾ ਪੋਰਸ਼ਨ ਨਹੀਂ ਹੈਗਾ, ਇਹਦੇ ਨੀਚੇ ਵੀ ਆਓ ਆਪਾਂ ਚੱਲਦੇ ਹਾਂ। ਨੀਚਲੇ ਪਾਸੇ ਵੀ ਇਹਨਾਂ ਦਾ ਜਿਹੜਾ ਹੈਗਾ ਉਹ ਕਾਫੀ ਸੈਂਟਰ ਦੇ ਵਿੱਚ ਨੀਚੇ ਤਹਿਖਾਨੇ ਦੇ ਵਿੱਚ ਵੀ ਕਾਫੀ ਕੁਝ ਬਣਾਇਆ ਗਿਆ ਹੈਗਾ। ਆਪਾਂ ਜਿਹੜੀ ਹੇਠਲੀ ਮੰਜ਼ਿਲ ਹੈ ਉਹਦੇ ਤੇ ਜਾ ਕੇ ਆਪਾਂ ਦੇਖਦੇ ਹਾਂ ਵੀ ਉੱਥੇ ਕੀ ਹੈ, ਕਿਉਂਕਿ ਲੰਘੇ ਸਮੇਂ ਦੇ ਦੌਰਾਨ ਜਦੋਂ ਡਾਕਟਰ ਅਮਰ ਸਿੰਘ ਆਜ਼ਾਦ ਮੇਰੇ ਨਾਲ ਗੱਲ ਕਰ ਰਹੇ ਸੀ ਤਾਂ ਉਸ ਵੇਲੇ ਉਹਨਾਂ ਨੇ ਮੈਨੂੰ ਇਹ ਦੱਸਿਆ ਸੀਗਾ ਵੀ ਹੇਠਲੀ ਮੰਜ਼ਿਲ ਦੇ ਉੱਤੇ ਸਾਡਾ ਸਟੋਰ ਹੋਏਗਾ, ਉੱਥੇ ਸਾਡਾ ਜਿਹੜਾ ਉੱਥੇ ਸੈਮੀਨਾਰ ਰੂਮ ਹੋਏਗਾ ਜਿੱਥੇ ਸੈਮੀਨਾਰ ਕੀਤੇ ਜਾਣਗੇ। ਇਸ ਤੋਂ ਇਲਾਵਾ ਇੱਥੇ ਬੈਠ ਕੇ ਜੇਕਰ ਵੱਡੀ ਕੰਸਲਟੈਂਸੀ ਦੀ ਕਿਸੇ ਪਾਸੇ ਲੋੜ ਹੁੰਦੀ ਹੈ ਤਾਂ ਉਹ ਕੰਸਲਟੈਂਸੀ ਵੀ ਦਿੱਤੀ ਜਾ ਸਕਦੀ ਹੈ। ਸਟੋਰ, ਆਪਾਂ ਸਟੋਰ ਦੀ ਗੱਲ ਕਰ ਰਹੇ ਸੀ, ਸਟੋਰ ਤੁਹਾਡੇ ਸਾਹਮਣੇ ਹੈ। ਜਿਹੜਾ ਸਟੋਰ ਹੋਏਗਾ ਉਹ ਇਸ ਰੂਪ ਇਹ ਰੂਪ ਹੋਏਗਾ ਸਟੋਰ ਦਾ। ਪੂਰਾ ਸਟੋਰ ਜਿਹੜਾ ਤੁਸੀਂ ਦੇਖ ਸਕਦੇ ਹੋ, ਅੰਦਰ ਜਿਹੜੇ ਆਯੁਰਵੈਦਿਕ ਦਵਾਈਆਂ ਵੀ ਹੈਗੀਆਂ ਨੇ, ਆਯੁਰਵੈਦਿਕ ਪ੍ਰੋਡਕਟਸ ਵੀ ਹੈਗੇ ਨੇ ਸਾਰੇ, ਤੇ ਹਰ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ, ਹਰ ਤਰ੍ਹਾਂ ਦੇ ਪ੍ਰੋਡਕਟਸ ਬਿਲਕੁਲ ਆਰਗੈਨਿਕ, ਕੋਈ ਵੀ ਇਹਦੇ ਵਿੱਚ ਕਿਸੇ ਤਰੀਕੇ ਦੇ ਵਿੱਚ ਕੋਈ ਕੈਮੀਕਲਸ ਜਿਹੜੇ ਇੱਥੇ ਯੂਜ਼ ਨਹੀਂ ਕੀਤੇ ਗਏ। ਤੇ ਤੁਸੀਂ ਦੇਖ ਸਕਦੇ ਹੋ ਕਿ ਹਰ ਚੀਜ਼ ਦੀ ਰॉ ਫਾਰਮ ਦੇ ਵਿੱਚ ਜਿਹੜੀ ਹੈਗੀ ਹੈ ਉਹ ਕਰੂਡ ਫਾਰਮ ਦੇ ਵਿੱਚ ਜਿਹੜੀਆਂ ਸਾਡੇ ਕੋਲੇ ਉਹ ਚੀਜ਼ਾਂ ਮੌਜੂਦ ਨੇ। ਤੇ ਇਹ ਤੁਸੀਂ ਇੱਥੇ ਆ ਕੇ ਜਦੋਂ ਉੱਪਰੋਂ ਕੰਸਲਟੈਂਸੀ ਦਿੱਤੀ ਜਾਂਦੀ ਹੈ, ਉੱਤੇ ਡਾਈਟ ਸਮਝਾਈ ਜਾਂਦੀ ਹੈ, ਉੱਥੇ ਉਹਨਾਂ ਨੂੰ ਕੁਝ ਪ੍ਰੋਡਕਟ ਜਿਹੜੇ ਦੱਸੇ ਜਾਂਦੇ ਨੇ ਵੀ ਆਹ ਪ੍ਰੋਡਕਟ ਲਓ, 1.5-2 ਮਹੀਨੇ ਜਿਹੜੇ ਤੁਸੀਂ ਪ੍ਰੋਡਕਟ ਯੂਜ਼ ਕਰੋਗੇ ਤਾਂ ਤੁਹਾਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀ ਬਿਮਾਰੀ ਨੂੰ ਦੂਰ ਕਰਨ ਦੇ ਵਿੱਚ ਸਹਾਈ ਹੋਣਗੀਆਂ। ਤੇ ਆਹ ਉਹ ਪ੍ਰੋਡਕਟ ਨੇ। ਕੁਝ ਪ੍ਰੋਡਕਟ ਜਿਹੜੇ ਨੇ ਇੱਧਰ ਆਯੁਰਵੇਦ ਨਾਲ ਵੀ ਜੁੜੇ ਹੋਏ ਨੇ, ਆਯੁਰਵੈਦਿਕ ਦਵਾਈਆਂ ਨੇ। ਇਹਨਾਂ ਆਯੁਰਵੈਦਿਕ ਦਵਾਈਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਪ੍ਰੋਡਕਟ ਜਿਹੜੇ ਨੇ ਤੁਹਾਡੇ ਸਾਹਮਣੇ ਆਏ ਹੋਏ ਨੇ। ਸਾਡੇ ਨਾਲ ਇਸ ਸੈਂਟਰ ਦੇ ਵਿੱਚ ਜਿਹੜੇ ਨੇ ਉਹ ਮੌਜੂਦ ਨੇ। ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਹ ਸੈਂਟਰ ਦੇ ਇੰਚਾਰਜ ਨੇ। ਆਪਾਂ ਇਹਨਾਂ ਨਾਲ ਗੱਲ ਕਰਦਾ ਕਿ ਜਿਹੜੇ ਇਹ ਸਟੋਰ ਹੈ ਇਹਦੇ ਵਿੱਚ ਆਯੁਰਵੈਦਿਕ ਦਵਾਈਆਂ ਦੀ ਵੀ ਜਿਹੜੀ ਉਹ ਡਿਸਪਲੇ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। थैंक यू जी। ਆਪਣਾ ਨਾਮ ਦੱਸੋ। अनंत बंसल। ਬੰਸਲ ਸਾਹਿਬ, ਆਯੁਰਵੈਦਿਕ ਦਵਾਈਆਂ ਵੀ ਲਾਈਆਂ ਗਈਆਂ ਨੇ, ਕੀ यूजफुल ਹੋਣਗੀਆਂ ਪੇਸ਼ੈਂट्स ਵਾਸਤੇ? इसमें ना एक कंसेप्ट शुरू किया है कि 2 तरीके के पेशेंट्स होते हैं जो कि एक नॉर्मली सिर्फ डाइट के साथ भी सही हो जाते हैं। कईयों की प्रॉब्लम्स जो बहुत ज़्यादा बढ़ चुकी होती है, जो सिर्फ एक बार डाइट से शायद मैच्योर ना हो पाए, उसको साथ में हम क्या करते हैं आयुर्वेदिक मेडिसिन का भी उसको साथ में सहारा लगा देते हैं। तो ये डिपेंड करता है कि पेशेंट की दिक्कत कितने ज़्यादा है। अगर उसकी नॉर्मल सामान्य दिक्कत है, अब मान लो सपोज एक पेशेंट है तो 120 या 130 किलो वेट है, अब उसका वेट कम करने के लिए डाइट के साथ करेगा, थोड़ा सा ज़्यादा टाइम भी लग सकता है क्योंकि वो वॉक नहीं कर पाएगा या चलने फिरने की दिक्कत है। तो क्या होता है आयुर्वेदिक मेडिसिन के साथ उसको सहारा लगा दिया जाता है कि नॉर्मल अगर बैठे हुए थोड़ा सा वेट रिड्यूस होने के बाद फिर एक टाइम ऐसा आता है जैसे मान लो 130 वेट है, 100 आ गया या 195 आ गया, 105 आ गया, चलने फिरने लायक हो गया वो, तब क्या करते हैं कि आयुर्वेदिक मेडिसिन बंद करके सिर्फ एक डाइट पे कंट्रोल कर देते हैं। ये प्रोसेस चलता है यहाँ पर। ਅੱਛਾ, ਤੁਹਾਨੂੰ 2 ਦਿਨ ਹੋਏ ਨੇ ਇੱਥੇ ਆਇਆਂ ਨੂੰ। 2 ਦਿਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਇੱਥੇ ਪਬਲਿਕ ਦਾ ਇੰਟਰਸਟ ਕਿਸ ਤਰ੍ਹਾਂ ਦਾ ਦੇਖ ਰਹੇ ਹੋ? ਕਿੱਦਾਂ ਲੋਕੀ ਇੱਥੇ ਇੰਟਰਸਟ ਦਿਖਾ ਰਹੇ ਨੇ? सर मैं वैसे यहाँ पर पटियाला में 4 साल से हूँ। हमारा शुद्धि के नाम से आपको देख रहे हो जैसे प्रोडक्ट्स हमारे शुद्धि के नाम से तो 4 साल से है ही है। 4 साल से हमारा क्लिनिक चल ही रहा है। तो मेरे पास बेसिकली पटियाला का फ्रेंचाइजी है, जो हमारे ऑलरेडी 190 क्लिनिक्स और भी हैं इस कंपनी के शुद्धि के, 190 क्लिनिक्स और भी हैं। तो जो पटियाला है वो मेरे पास है, और पहले हमारा सिर्फ आयुर्वेदिक मेडिसिन का चलता था। अब जैसे हमारे पास ये आए हैं, ये सहारनपुर से आए हैं, ये शुद्धि की ऑलरेडी दवाई लेते रहे हैं हमारे पास से, और ये सहारनपुर से स्पेशली यहाँ पर आए हैं क्योंकि हमारा जो कोलैबोरेशन हुआ है डॉक्टर आज़ाद के साथ, तो डॉक्टर आज़ाद के साथ हमने ये मिलेट्स का डाइट्स का भी साथ में शुरू किया है। तो अट्रैक्शन है और एक नई चीज़ है कोलैबोरेशन में, जिनका थोड़ा बहुत जो रह जाती थी, जो छूट रह जाती थी, वो भी अब कवर अप करने की कोशिश कर रहे हैं। ਕੀ ਬਾਤ ਹੈ, ਬਹੁਤ ਬੜੀਆ ਹੈ। ਅੱਛਾ, ਸਹਾਰਨਪੁਰ ਤੋਂ ਆਏ ਹੋ ਜੀ ਤੁਸੀਂ, ਤੇ ਇੱਥੇ ਮੈਂ ਦੇਖ ਰਿਹਾ ਵੀ ਤੁਸੀਂ ਮਿਲਟਸ ਵੀ ਲੈ ਰਹੇ ਹੋ, ਤੁਸੀਂ ਹੋਰ ਪ੍ਰੋਡਕਟ ਵੀ ਲੈ ਰਹੇ ਹੋ, ਆਇਲ ਵੀ ਲਿਆ ਤੁਸੀਂ, ਕੁਝ ਪ੍ਰੋਡਕਟ ਹੋਰ ਲਏ ਨੇ। ਇਹਨਾਂ ਦੇ ਬਾਰੇ ਪਹਿਲਾਂ ਜਾਣਕਾਰੀ ਸੀ ਤੁਹਾਨੂੰ? जी सर, ये मैं शुद्धिकरण ऑफिस है उनका वहाँ पे मनीष जी का सहारनपुर में, तो मैं वहाँ की कस्टमर हूँ। ਅੱਛਾ, तो ਤੁਸੀਂ ਇਹ ਪ੍ਰੋਡਕਟ ਯੂਜ਼ ਕੀਤੇ, ਕੁਝ ਫਾਇਦਾ ਹੋਇਆ ਤੁਹਾਨੂੰ? हाँ, फ़ायदा हुआ है। ਕੀ ਪ੍ਰੋਬਲਮ ਕੀ ਸੀਗੀ? मुझे एक तो ओबेसिटी की है, गैस बनती है पेट में, हाँ मोटापा, और सांस फूलती थी, और मैं बताता हूँ हाँ ਔਰ ਕਿੰਨੀ ਦੇਰ ਪਹਿਲਾਂ ਤੁਸੀਂ ਸਟਾਰਟ ਕੀਤਾ ਸੀ? इसको हो गए होंगे 1 साल तक, 1 साल से ऊपर हो गया है। ਕਿ ਪਹਿਲਾਂ weight ਕਿੰਨਾ ਸੀ, ਹੁਣ ਕਿੰਨਾ ਘਟ ਗਿਆ? पहले वेट था 100 के लगभग ही पहुँच गया था,
तो अब 90 तक हुआ है अभी। 10 किलो वजन घट ਗਿਆ। ਹਾਂਜੀ ਤੁਸੀਂ ਕਹਿ ਰਹੇ ਸੀ ਕੁਛ? एक्चुअली ये पहले सिर्फ डाइट पेन का बिल्कुल कंट्रोल नहीं था, ये फर्स्ट टाइम मिलेट्स वगैरह ले रहे हैं और ये सब सामान ले रहे हैं। अदरवाइज पहले आयुर्वेदिक मेडिसिन के साथ इनका काम चल रहा था। ਅੱਛਾ ਤੁਹਾਨੂੰ ਮਿਲਟਸ ਬਾਰੇ ਪਹਿਲਾਂ ਜਾਣਕਾਰੀ ਸੀ, ਇਹ ਚੀਜ਼ਾਂ ਬਾਰੇ ਜਾਣਕਾਰੀ? ये तो मुझे, मैं वहीं गई थी ना ऑफिस पे, सहारनपुर ऑफिस जो है इनका मनीष जी का, वहाँ गई थी तो वहाँ पे मुझे कैंप का पता लगा था। और वो कैंप जो है कल तो निकल गई डेट, कल ही गई थी मैं, तो फिर मैं आज के लिए आई थी यहाँ पर कैंप का पता करके। ਯਾਨੀ ਕਿ ਜਿਹੜੇ ਬੰਦੇ ਇਹ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਆ ਵੀ ਇਹ ਚੀਜ਼ਾਂ ਨਾਲ ਅਸੀਂ ਬਾਡੀ ਜਿਹੜੀ ਹੈ ਬਿਨਾਂ ਮੈਡੀਸਨ ਤੋਂ ਠੀਕ ਕਰ ਸਕਦੇ ਹਾਂ, ਉਹ ਕਿਤੋਂ ਵੀ ਚੱਲ ਕੇ ਆ ਸਕਦੇ ਨੇ, ਭਾਵੇਂ ਸਹਾਰਨपुर ਤੋਂ ਹੋਣ। बड़ी दिक्कत के साथ मैं यहाँ आई हूँ क्योंकि पता नहीं था। पटियाला में फर्स्ट टाइम आई हूँ, ਪਟਿਆਲਾ ਪਹਿਲੇ ਕभी नहीं आए? पहले कभी नहीं आई, फर्स्ट टाइम आई हूँ। और ट्रेन का भी कुछ पता नहीं था, ट्रेन भी नहीं मिल पाई मुझको, और फिर बाई बस पहुँची ये यहाँ पर। ਨਹੀਂ ਪਰ ਉੱਥੇ ਵੀ ਤਾਂ ਇਲਾਜ ਹੋ ਸਕਦਾ ਸੀ, ਉਰੇ ਕੀ ਖਾਸ ਹੈਗਾ? बस मैंने जो कैंप का भी पता लगा था तो फिर, और ये अनाज वगैरह कुछ जानकारी लेने के लिए कुछ ये वहाँ नहीं मिलता है, तो मैंने सोचा ये सब भी ले लूँगी यहाँ से। ਯਾਨੀ ਕਿ ਤੁਸੀਂ ਇਹ ਚਾਹੁੰਦੇ ਹੋ ਵੀ ਦੂਸਰੀਆਂ ਦਵਾਈਆਂ ਤੋਂ ਤੁਸੀਂ ਹਾਰ ਚੁੱਕੇ ਸੀ ਤਾਂ ਹੁਣ ਤੁਸੀਂ ਇੱਧਰਲੇ ਪਾਸੇ ਆਏ? हाँ जी सर। ਪਹਿਲਾਂ ਹੋਰ ਪਾਸੇ ਇਲਾਜ ਕਰਾਇਆ ਤੁਸੀਂ? हाँ इलाज कराया, मैं खुद स्टाफ नर्स हूँ और जॉब करती हूँ, पुआरका में जॉब करती हूँ मैं। और जब से मुझे प्रॉब्लम्स हुई हैं तो मैं इधर उधर काफ़ी भागी हूँ, होम्योपैथिक दवाइयाँ भी ली हैं, एलोपैथिक तो ले ही रही हूँ, जब कभी पेन हो जाता है ले लेती हूँ, और अब तो खैर छोड़ दी है। तो इस करके काफ़ी भागा दौड़ी की है मैंने, और तब मुझे ये आयुर्वेद का ज्ञान हुआ, और मैं चाहती हूँ कि मैं इसी से क्योर हो जाऊँ। ਅੱਛਾ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ? बस उनको यही कहना चाहेंगे कि एलोपैथ से दूर रहो, और आयुर्वेद की तरफ बहुत कुछ है, बहुत कुछ मिलेगा, इसी से आप क्योर हो जाएंगे। ਨਹੀਂ ਪਰ ਇਹ ਮਹਿੰਗਾ ਨਹੀਂ ਹੈਗਾ, ਇਹ ਮਹਿੰਗਾ ਹੋਗਾ। तो वो महंगा है पर अपने स्वास्थ्य से अच्छा तो कुछ भी नहीं है, अपनी हेल्थ से अच्छा कुछ नहीं है। और एलोपैथ तो इससे भी ज़्यादा महंगा है, ज़रा सी देर में 500 रुपये की 2 गोलियाँ लिख देते हैं, वो भी तो अपने को खानी होती है ना, और खा ही रहे हैं लोग, बीपी की दवाइयाँ खा रहे हैं, शुगर की रेगुलर खा रहे हैं, तो इन सब से छुट्टी मिल जाएगी। क्या बात है, बहुत ਮੁਬਾਰਕਾਂ ਤੁਹਾਨੂੰ, ਤੁਸੀਂ ਇਸ ਤਰ੍ਹਾਂ ਦੀ ਸੋਚ ਰੱਖੀ ਹੈ, ਔਰ ਮੇਰੇ ਵੱਲੋਂ ਸ਼ੁਭ ਕਾਮਨਾਵਾਂ। ਦੁਆ ਕਰਾਂਗੇ ਕਿ ਤੁਸੀਂ ਜਲਦੀ ਠੀਕ ਹੋ, ਤੁਸੀਂ ਆਪਣੀ ਤੰਦਰੁਸਤੀ ਦੁਆਰਾ ਹਾਸਲ ਕਰੋ। ਸੋ ਤੁਸੀਂ ਦੇਖਿਆ ਵੀ ਕਿਸ ਤਰੀਕੇ ਨਾਲ ਸਹਾਰਨ ਤੋਂ ਆਏ ਸ਼ਬਨਮ ਬੇਗਮ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਵੀ ਕੋਈ ਪਰਵਾਹ ਨਹੀਂ ਕਿਸੇ ਤਰੀਕੇ ਦੀ, ਕੋਈ ਐਦਾਂ ਦੀ ਪੈਸੇ ਦੀ ਪਰਵਾਹ ਨਹੀਂ ਕੀਤੀ, ਕੋਈ ਸਮੇਂ ਦੀ ਪਰਵਾਹ ਨਹੀਂ ਕੀਤੀ, ਕੋਈ ਇਹ ਨਹੀਂ ਦੇਖਿਆ ਵੀ ਮੈਨੂੰ ਉੱਥੇ ਜਾ ਕੇ ਕੌਣ ਮਿਲੇਗਾ, ਸਿਰਫ ਵਧੀਆ ਤੇ ਸ਼ੁੱਧ ਇਲਾਜ ਦੇ ਲਈ ਜਿਹੜੇ ਜਦੋਂ ਇੱਥੇ ਪਹੁੰਚੇ ਨੇ, ਤੇ ਅੱਜ ਉਹ ਆ ਕੇ ਨਾ ਸਿਰਫ ਉਹਨਾਂ ਨੇ ਸੈਮੀਨਾਰ ਅਟੈਂਡ ਕੀਤਾ, ਬਲਕਿ ਉਹਨਾਂ ਨੇ ਆ ਕੇ ਆਪਣੇ ਇੱਥੇ ਪ੍ਰੋਡਕਟ ਵੀ ਖਰੀਦੇ ਨੇ। ਜਿਹੜੇ ਪ੍ਰੋਡਕਟ ਦੀ ਜਾਣਕਾਰੀ ਲੈਣ ਲਈ ਉਹ ਸਪੈਸ਼ਲ ਸਹਾਰਨपुर ਤੋਂ ਇੱਥੇ ਪਹੁੰਚੇ ਨੇ, ਤੇ ਜਿਹੜੇ ਇਲਾਜ ਤੋਂ ਪਹਿਲਾਂ ਉਹ ਦੁਖੀ ਹੋ ਕੇ ਇੱਧਰ ਆਏ ਨੇ, ਉਹ ਜਾਣਨਾ ਚਾਹੁੰਦੇ ਨੇ ਵੀ ਇਸ ਨਾਲ ਵੀ ਕੋਈ ਫਾਇਦਾ ਹੋਏਗਾ, ਕਿੱਦਾਂ ਫਾਇਦਾ ਹੋਏਗਾ, ਤੇ ਹੁਣ ਉਹ ਇੱਥੋਂ ਪ੍ਰੋਡਕਟ ਆਪਣੇ ਖਰੀਦ ਕੇ ਲੈ ਕੇ ਜਾ ਰਹੇ ਨੇ। ਲੇਕਿਨ ਜਿਹੜੇ ਖਾਣ ਪੀਣ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਨੂੰ, ਆਪਾਂ ਇਹ ਦੇਖਦੇ ਹਾਂ ਬਾਹਰ ਕਿ ਉਹ ਖਾਣ ਪੀਣ ਜਿਹੜਾ ਉਹ ਆਪ ਵੀ ਲੋਕਾਂ ਨੂੰ ਉਹੀ ਪਰੋਸ ਰਹੇ ਨੇ, ਕਿ ਜਾਂ ਫਿਰ ਆਪ ਲੋਕਾਂ ਨੂੰ ਕੁਝ ਹੋਰ ਪਰੋਸਿਆ ਜਾ ਰਿਹਾ, ਕਿ ਆਪ ਹਾਥੀ ਕੇ ਦਾंत ਖਾਣੇ ਕੇ ਔਰ ਦਿਖਾਣੇ ਕੇ ਔਰ। ਆਓ ਚੱਲਦੇ ਹਾਂ। ਸੋ ਅਸੀਂ ਇਸ ਵੇਲੇ ਖੜੇ ਹਾਂ ਉਸ ਪੰਡਾਲ ਦੇ, ਉਸ ਟੈਂਟ ਦੇ ਹੇਠਾਂ, ਜਿੱਥੇ ਕਿ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਜਿਹੜਾ ਹਿਮਜ਼ ਸੈਂਟਰ ਨਵਾਂ ਖੋਲ੍ਹਿਆ, ਉਸ ਦੇ ਵਿੱਚ ਜਿਹੜੇ ਮਹਿਮਾਨ ਆਏ ਨੇ ਉਹਨਾਂ ਵਾਸਤੇ ਖਾਣੇ ਦਾ ਇੰਤਜ਼ਾਮ ਕੀਤਾ ਹੋਇਆ। ਲੇਕਿਨ ਲੋਕਾਂ ਨੂੰ, ਪੇਸ਼ੈਂਟਸ ਨੂੰ ਤਾਂ ਡਾਕਟਰ ਅਮਰ ਸਿੰਘ ਆਜ਼ਾਦ ਰਿਕਮੈਂਡ ਕਰਦੇ ਨੇ ਵੀ ਮਿਲਟਸ ਖਾਓ, ਸ਼ੁੱਧ ਖਾਓ, ਕੋਈ ਵੀ ਚੀਜ਼ ਗਲਤ ਨਾ ਖਾਓ। ਆਪਾਂ ਇਹਨਾਂ ਦੇ ਭਾਂਡੇ ਖੋਲ ਕੇ ਦੇਖਦੇ ਹਾਂ ਵੀ ਉੱਥੇ ਕਿਤੇ ਕੁਝ ਹੋਰ ਤਾਂ ਨਹੀਂ ਖਵਾ ਰਹੇ, ਕਿਤੇ ਇਹ ਹੋ ਸਕਦਾ ਵੀ ਹੋਰਾਂ ਨੂੰ ਹੋਰ ਕੋਈ ਰਿਕਮੈਂਡ ਕਰ ਰਹੇ ਹੋ ਤੇ ਇੱਥੇ ਬਿਰਿਆਨੀਆਂ ਖਵਾਈਆਂ ਜਾ ਰਹੇ ਹੋ। ਆਓ ਚੱਲਦੇ ਹਾਂ, ਦੇਖਦੇ ਹਾਂ ਕਿ ਇੱਥੇ ਪਹਿਲਾਂ ਇਹਨਾਂ ਨੇ ਦੇਖਦੇ ਹਾਂ ਵੀ ਇਹ ਸਲਾਦ ਲਗਾਇਆ ਹੋਇਆ, ਸਲਾਦ ਜਿਹੜਾ ਕਿ ਅਕਸਰ ਰਿਕਮੈਂਡ ਕੀਤਾ ਜਾਂਦਾ ਵੀ ਸੈਲਡ ਖਾਓ ਪਹਿਲਾਂ, ਖਾਣੇ ਤੋਂ ਪਹਿਲਾਂ ਸੈਲਡ ਜਿਹੜਾ ਹੈਗਾ। ਨਾਲ ਇਹ ਮਿਲਟਸ ਨੇ, ਇਹ ਮਿਲਟਸ ਕੋਦਰੇ ਦਾ ਜਿਹੜਾ ਇਹ ਲੰਗਰ ਲਗਾਇਆ ਹੋਇਆ ਇਹਨਾਂ ਨੇ ਮਿਲਟਸ ਦਾ। ਇਸ ਦੇ ਨਾਲ ਹੀ ਜਿਹੜਾ ਇਹ ਨਮਕੀਨ ਹੈ ਔਰ ਇਹ ਮਿੱਠਾ, ਇਹ ਵੀ ਕੋਦਰੇ ਦਾ ਜਿਹੜਾ ਹੈਗਾ ਨਾ, ਖੀਰ ਬਣਾਈ ਹੋਈ ਹੈ, ਕੋਦਰੇ ਦੀ ਖੀਰ ਹੈ। ਇਹ ਥੋੜੀ ਜੀ ਜਾਣਕਾਰੀ ਆਪਾਂ ਇਹਨਾਂ ਤੋਂ ਲਵਾਂਗੇ ਵੀ ਤੁਸੀਂ ਬੋਲੋਗੇ हाँ कि ये खीर जी कितना तैयार की गई, थोड़ा भी जानकारी दे दो। जी सर, ये अपन खीर सर जी पहले इसको धो के अच्छी तरह इसको गिल्ली करे हैं, गिल्ली करके सर पहले इसको थोड़ा सा पकाएं पानी में, पकाने के बाद फिर उसके गन्ने का रस डाले हैं सर। गन्ने का रस? मीठा नहीं डाला? दूसरा मीठा नहीं डलता सर, गन्ने का रस ही पड़ता सर। फिर इसके सिम पे पकाते हैं इसको बहुत धीरे धीरे। अच्छा हाँ जी सर। और की पाया बस इसके अंदर और कुछ नहीं, बस नारियल, काजू बादाम, नारियल पे सर,
तो दाखा पई है सर बस जी। ਥੋੜਾ ਜਿਹਾ ਹੁਣ ਇਹ ਵੀ ਦੱਸ ਦਿਓ ਵੀ ਇਹ ਨਮਕੀਨ ਕਿਵੇਂ ਬਣਾਇਆ। जी सर इसको भी सेम यही है जी सर, इसको पहले हम धोते हैं, गिल्ला करते हैं सर, ਕਿੰਨੀ ਦੇਰ ਗਿੱਲਾ ਕਰਦੇ? सर रात पूरी रात गिल्ला करते हैं सर जी सर। गिल्ला करके सर इसको सुबह फिर इसकी सब्जियां जो है गाजर हो गई, आलू हो गई, फ्रांसबीन हो गई, गोभी हो गई, मटर हो गए, लाल शिमला मिर्च, पीली शिमला मिर्च हो गई सर। इसको ना जीरा और लहसुन का तड़का लगाते हैं सर। तड़का लगा के सर पानी पाते हैं, फिर इसको पानी को पकाते हैं अच्छी तरह। पानी पकाने के बाद फिर सर चौल डालते हैं, इसको डालते हैं कंगनी को। इसके बाद धीरे धीरे सिम पे इसको फिर पकाते हैं हम। हाँ जी सर। ਚਲੋ ਇਹ ਤਾਂ ਆਪਾਂ ਬਣਨ ਦੀ ਵਿਧੀ ਦੇਖ ਲਈ ਤੇ ਸਾਡੇ ਨਾਲ ਸਿੰਗਲਾ ਸਾਹਿਬ ਨੇ। ਸਿੰਗਲਾ ਸਾਹਿਬ ਤੋਂ ਹੀ ਆਪਾਂ ਚੈੱਕ ਕਰਾਉਂਦੇ ਆ ਵੀ ਆਓ ਆਪਾਂ ਜਿਹੜਾ ਕੰਟੇਨਰ ਚੈੱਕ ਕਰੀਏ ਉਹਦੇ ਵਿੱਚ ਚਾਹ ਕਿਹੜੀ ਪਲਾਈ ਆ ਰਹੀ ਹੈ। ਕਿਤੇ ਚਾਹ ਜਿਹੜੀ ਦੁੱਧ ਵਾਲੀ ਤਾਂ ਨਹੀਂ ਪਲਾਈ ਆ ਰਹੀ, ਦੁੱਧ ਤਾਂ ਮਨਾ ਕੀਤਾ ਜਾ ਰਿਹਾ। ਆਪਾਂ ਸਿੰਗਲਾ ਸਾਹਿਬ ਤੁਸੀਂ ਖੋਲੋ ਤੇ ਆਪਾਂ ਦੇਖੀਏ ਇਹਦੇ ਵਿੱਚ ਚਾਹ ਕਿਹੜੀ ਹੈਗੀ ਹੈ, ਕਿੱਦਾਂ ਦੀ ਚਾਹ ਪਬਲਿਕ ਨੂੰ ਕਿੱਦਾਂ ਦੀ ਚਾਹ ਪਲਾਈ ਜਾ ਰਹੀ ਹੈ। ਤੇ ਆਪਾਂ ਜਿਹੜਾ ਇਹਦੇ ਵਿੱਚ ਇਹ ਦੇਖੋ ਇੱਕ ਚੀਜ਼ ਦੇਖੀਏ ਵੀ ਇਹਦੇ ਚ ਚਾਹ ਜਿਹੜੀ ਹੈ, ਇਹ ਚਾਹ ਵੀ ਜਿਹੜੀ ਹੈ ਉਹ ਦਿੱਤਾ ਜਾ ਰਿਹਾ ਹੈ ਜਿਹੜਾ ਕਾੜਾ ਪਿਲਾਇਆ ਜਾ ਰਿਹਾ। ਸਿੰਗਲਾ ਸਾਹਿਬ ਥੋੜੀ ਹਾਂ ਇਹ ਪੱਤੇ ਕਿਹੜੇ ਪੱਤੇ ਨੇ ਜੀ? ਕੁਦਰਤ ਦੇ ਪੱਤੇ ਨੇ, ਜਾਮੁਨ ਦਾ ਪੱਤਾ ਹੈ, ਅਮਰੂਦ ਦਾ ਪੱਤਾ ਹੈ, ਇਹਦੇ ਵਿੱਚ ਤੂਤ ਦੇ ਪੱਤੇ ਨੇ, ਇਹਦੇ ਵਿੱਚ ਸੁਹਾਂਜਣਾ ਨੇ, ਇਹਦੇ ਤੁਲਸੀ ਹੈ, ਇਹਦੇ ਵਿੱਚ ਮੋਰਿੰਗਾ ਪਾਊਡਰ ਵੀ ਹੈ ਥੋੜਾ, ਔਰ ਇਹ ਦਾਲਚੀਨੀ ਹੈ, ਲੌਂਗ ਹੈ, ਇਲਾਇਚੀ ਹੈ, ਮਤਲਬ ਸਾਰਾ ਕੁਝ ਹੋ। ਇਹਦੇ ਵਿੱਚ ਵੀਟ ਗ੍ਰਾਸ ਵੀ ਹੈ, ਠੀਕ ਹੈ। ਕਾਫੀ ਤਰ੍ਹਾਂ ਦੇ ਇਹਦੇ ਵਿੱਚ ਕੁਦਰਤ ਦੀ ਪੱਤੇ ਨੇ ਜਿਹੜੇ ਆਪਣੇ ਆਲੇ ਦੁਆਲੇ ਨੇ, ਉਹਦੇ ਲਈ ਸਾਨੂੰ ਪੈਸੇ ਨਹੀਂ ਖਰਚਣੇ ਪੈਂਦੇ। ਜਿਵੇਂ ਡਾਕਟਰ ਸਾਹਿਬ ਕਹਿੰਦੇ ਆ ਕਿ ਸਾਡੇ ਆਲੇ ਦੁਆਲੇ ਕੁਦਰਤ ਹੈ, ਕੁਦਰਤ ਦੇ ਵਿੱਚ ਹੀ ਇੰਨੇ ਗੁਣ ਨੇ, ਜੇ ਅਸੀਂ ਉਹੀ ਅਪਣਾ ਲਈਏ ਤਾਂ ਸਾਨੂੰ ਲੋੜ ਹੀ ਨਹੀਂ ਹੈ ਦਵਾਈਆਂ ਦੇ ਪੈਸੇ ਖਰਚਣ ਦੀ। ਇਹਨਾਂ 'ਚ ਇੰਨੇ ਤੱਤ ਨੇ, ਇੰਨੇ ਇਨਗਰੀਡੀਐਂਟ, ਐਮੀਨੋ ਐਸਿਡਸ, ਵਿਟਾਮਿਨਸ ਇਹਦੇ, ਕਿਉਂਕਿ ਨਿਊਟ੍ਰੀਸ਼ਨ ਹੀ ਹੈ ਜਿਹੜਾ ਉਹ ਕਹਿੰਦੇ ਨੇ ਡੇਵਿਡਸਨ ਬੁੱਕ ਆਫ ਮੈਡੀਸਨ MBBS ਜਿਹੜੀ ਪੜ੍ਹਾਈ ਜਾਂਦੀ ਹੈ ਉਹਦੇ ਵਿੱਚ ਪਹਿਲੀਆਂ 2 ਲਾਈਨਾਂ ਹੀ ਹੈ, दाई फूड लाइक मेडिसिन, दाई मेडिसिन लाइक फूड, यानी कि आहार ऐसा लो जेड़ा कि दवाई का काम करे, दवाई ऐसी लो जेड़ा आहार। तो आहार ही है, ये नेचर ने, कुदरत ने सानू सारा कुछ दिता है, उन्होंने चीज़ ही बना के पी रहे हैं और बहुत टेस्टी है। ये मैं कहना तुसी भी एक बार टेस्ट करके देखो इनू। मैं जरूर टेस्ट करके देखूंगा। पर ਇਹਦੇ ਵਿੱਚ ਚੀਨੀ ਪਾਈ ਜਾ ਰਹੀ ਹੈ ਕਿ ਕੀ ਪਾਈ ਜਾ ਰਿਹਾ ਇਹ ਵੀ ਦੇਖ ਲਈਏ ਜਰਾ। ਇਹਦੇ ਵਿੱਚ ਵੀ ਸ਼ੱਕਰ ਪਾਈ ਜਾ ਰਹੀ ਹੈ, ਦੇਖੋ ਸ਼ੱਕਰ ਪਾ ਕੇ ਇਸ ਦੇ ਵਿੱਚ ਜਿਹੜਾ, ਔਰ ਇਸ ਨੂੰ ਸ਼ੱਕਰ ਦੂਸਰੀ ਜਿਹੜੀ ਸ਼ੱਕਰ ਮਿਕਸ ਕਰਕੇ ਇਹਦਾ ਟੇਸਟ ਜਿਹੜਾ, ਤਾਂ ਕਿ ਡਾਕਟਰ ਅਮਰ ਸਿੰਘ ਆਜ਼ਾਦ ਅਕਸਰ ਕਹਿੰਦੇ ਨੇ ਕਿ ਚੀਨੀ ਤੋਂ ਬਚੋ। ਚੀਨੀ ਜਿਹੜੀ ਆ ਉਹ ਆਪਾਂ ਨੂੰ ਮਾਰ ਰਹੀ ਹੈ, ਮਿੱਠਾ ਜ਼ਹਿਰ ਹੈ ਤੇ ਮਿੱਠਾ ਜ਼ਹਿਰ ਜਿਹੜਾ ਉਹ ਖਰਾਬ ਕਰਦਾ। ਚੀਨੀ ਤੋਂ ਅਕਸਰ ਜਿਹੜਾ ਬਚਣ ਦੀਆਂ ਗੱਲਾਂ ਕੀਤੀਆਂ ਜਾਂਦਾ। ਆਪਾਂ ਹੁਣ ਟੇਸਟ ਕਰਕੇ ਦੇਖਦੇ ਹਾਂ ਵੀ ਕੀ ਵਾਕਈ ਹੀ ਇਸ ਦਾ ਟੇਸਟ ਜਿਹੜਾ ਉਦਾਂ ਦਾ ਟੇਸਟ ਹੈ ਜਿਹੜਾ ਚਾਹ ਦਾ ਟੇਸਟ ਹੁੰਦਾ ਆਪਾਂ ਨੂੰ ਉਹਦਾ। ਕਿਉਂਕਿ ਲੋਕੀ ਚਾਹ ਨੂੰ ਜਿਹੜਾ ਅਕਸਰ ਕਹਿੰਦੇ ਵੀ ਚਾਹ ਨਹੀਂ ਛੱਡ ਸਕਦੇ ਡਾਕਟਰ ਸਾਹਿਬ, ਬਹੁਤ ਕੰਮ ਖਰਾਬ ਹੈ ਚਾਹ ਤੋਂ, ਤਾਂ ਸਾਨੂੰ ਨਸ਼ਾ ਲੱਗ ਗਿਆ ਕਿਸਮ ਦਾ। ਆਪਾਂ ਇਹ ਦੇਖਦੇ ਹਾਂ ਵੀ ਇਹ ਚਾਹ, ਇਹ ਕਾੜਾ ਕੀ ਉਦਾਂ ਦਾ ਹੀ ਹੈ ਕਿ ਜਿੱਦਾਂ ਦੀ ਆਪਾਂ ਚਾਹ ਪੀਂਦੇ ਜਾਂ ਫਿਰ ਕੋਈ ਥੋੜਾ ਜਿਹਾ ਡਿਫਰੈਂਟ ਹੈ? ਕਿਉਂਕਿ ਸਿੰਗਲਾ ਸਾਹਿਬ ਨੇ ਬਹੁਤ ਤਾਰੀਫ ਕੀਤੀ, ਇਹਦੇ 'ਚ ਬਹੁਤ ਚੀਜ਼ਾਂ ਪਾਈਆਂ ਹੋਈਆਂ ਨੇ, ਨਿਊਟ੍ਰੀਸ਼ਨ ਵੈਲਿਊ ਵੀ ਦੱਸਦੀ ਹੈ ਤੇ ਦਵਾ ਗੁਣ ਵੀ ਦੱਸਦੇ ਨੇ। ਪੀ ਕੇ ਦੇਖਦੇ ਹਾਂ, ਸਵਾਦ ਵੀ ਉਵੇਂ ਦਾ ਹੀ ਹੈ। ਵਾਹ, ਸਿੰਗਲਾ ਸਾਹਿਬ ਕਮਾਲ ਕਰਤੀ ਹੈ, ਬਹੁਤ ਸ਼ਾਨਦਾਰ ਚੀਜ਼ ਹੈ। ਔਰ ਦਰਸ਼ਕਾਂ ਨੂੰ ਰਿਕਮੈਂਡ ਮੈਂ ਵੀ ਇਹੀ ਕਰਾਂਗਾ ਵੀ ਜੇਕਰ ਕਿਸੇ ਨੇ ਲੈਣਾ ਹੋਵੇ, ਸਪੈਸ਼ਲ ਵਾਸ਼ ਕਰਕੇ 1.5-2 ਘੰਟੇ ਇਹਨਾਂ ਨੂੰ ਬੋਇਲ ਕੀਤਾ ਜਾਂਦਾ ਹੈ। ਜਦੋਂ ਇਹਦਾ ਪੂਰਾ ਤੱਤ ਉਹਦੇ ਵਿੱਚ, ਐਕਸਟ੍ਰੈਕਟ ਉਹਦੇ ਵਿੱਚ ਪੂਰਾ ਆ ਜਾਂਦਾ ਹੈ, ਉਹਦਾ ਪੂਰਾ ਸਾਰਾ ਕੁਝ ਜੋ ਨਿਊਟ੍ਰੀਸ਼ਨ ਉਹਦੇ ਵਿੱਚ ਜਾਂਦਾ ਹੈ, ਫਿਰ ਉਹਦੇ ਵਿੱਚ ਕੁਝ ਗਰਮ ਮਸਾਲੇ ਪਾਏ ਜਾਂਦੇ ਨੇ ਜਿਹੜੇ ਕਿ ਵੈਸੇ ਹੀ ਜਿਵੇਂ ਸਿਨੇਮਨ ਹੈ ਉਹ ਵੈਸੇ ਹੀ ਸਿਹਤ ਲਈ ਬਹੁਤ ਲਾਭਕਾਰੀ ਹੈ। ਜਿਹੜਾ ਹੁਣ ਲੌਂਗ ਹੈ ਉਹਦੇ 'ਚ ਲਿਗਨਾਨ ਹੁੰਦਾ ਹੈ, ਉਹ ਵੈਸੇ ਹੀ ਨਾੜੀਆਂ ਨੂੰ 7200 ਨਾੜੀਆਂ ਨੂੰ ਖੋਲਣ ਦਾ ਕੰਮ ਕਰਦਾ ਹੈ। ਦੈਨ ਉਹਦੇ ਜਿੰਜਰ ਹੈ, ਜਿੰਜਰ ਵੈਸੇ ਹੀ ਬਲੱਡ ਥਿਨਰ ਹੈਗਾ। ਮਤਲਬ ਇਹ ਚੀਜ਼ਾਂ ਪਾ ਕੇ ਬਣਾਇਆ ਗਿਆ। ਤਾਂ ਨੈਚੁਰਲੀ ਇਹ ਹੈ ਕਿ ਹੁਣ ਇਹ ਚਾਹ ਇਹ ਕਹਿ ਰਹੀ ਹੈ ਕਿ ਬਿਮਾਰੀ ਨੂੰ ਕਹਿ ਰਹੀ ਹੈ ਕਿ ਤੂੰ ਭੱਜ ਕਿੱਥੇ ਭੱਜਦੀ। ਬਹੁਤ ਧੰਨਵਾਦ, ਬਹੁਤ ਧੰਨਵਾਦ, ਤੁਸੀਂ ਇਹ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਸੋ ਪੂਰੇ ਸੈਂਟਰ ਦਾ ਆਪਾਂ ਨੇ ਦੌਰਾ ਕਰ ਲਿਆ। ਪੂਰੇ ਸੈਂਟਰ ਦੇ ਵਿੱਚ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਮਿਲੇ, ਸਿੰਗਲਾ ਸਾਹਿਬ ਉੱਥੇ ਕੰਸਲਟੈਂਸੀ ਦੇ ਰਹੇ ਸੀ, ਉਨਸੇ ਮਿਲੇ। ਅੰਦਰ ਜਿਹੜੇ ਕਮਲਜੀਤ ਸਿੰਘ ਜੀ ਜਿਹੜੇ ਸਾਈਕੋਲੋਜਿਸਟ ਨੇ ਉਹ ਵੀ ਦਿਖਾਤਾ ਕਿਸ ਤਰੀਕੇ ਨਾਲ ਸੈਂਟਰ ਦੇ ਵਿੱਚ ਕੰਮ ਹੋ ਰਿਹਾ। ਜਦੋਂ ਆਪਾਂ ਅੰਦਰ ਐਂਟਰ ਕਰਦੇ ਹਾਂ ਉਹਦਾ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ, ਕਿੱਥੇ ਜਾ ਕੇ ਬੰਦੇ ਨੂੰ ਕਿੱਦਾਂ ਅੰਦਰ ਜਾ ਕੇ ਕਿਹਨੂੰ ਮਿਲਣਾ ਪੈਣਾ, ਡਾਕਟਰ ਅਮਰ ਸਿੰਘ ਆਜ਼ਾਦ ਹੋਣੀ ਕਿੱਥੇ ਬੈਠਦੇ ਨੇ, ਸਿੰਗਲਾ ਸਾਹਿਬ ਕਿੱਥੇ ਬੈਠਦੇ ਨੇ, ਅੰਦਰ ਦਾ ਸਟਾਫ ਕਿੱਦਾਂ ਦਾ ਕੰਮ ਕਰਦਾ ਹੈਗਾ, ਸਾਰੀ ਰੂਟੀਨ। ਉਸ ਤੋਂ ਬਾਅਦ ਜਿਹੜਾ ਬੇਸਮੈਂਟ ਦੇ ਵਿੱਚ ਜਾ ਕੇ ਜਦੋਂ ਤਹਿਖਾਨਾ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਉੱਥੇ ਜਿਹੜਾ ਸਟੋਰ ਹੈ, ਦਵਾਈਆਂ ਦਾ ਸਟੋਰ, ਉਹਦੇ 'ਚ ਆਪਾਂ ਆਯੁਰਵੈਦਿਕ ਦਵਾਈਆਂ ਵੀ ਨੇ, ਉਹਦੇ 'ਚ ਆਪਾਂ ਜਿਹੜੇ ਹੈਗੇ ਨੇ ਵੈਲਨੈਸ ਪ੍ਰੋਡਕਟ ਵੀ ਰੱਖੇ ਹੋਏ ਨੇ। ਉੱਥੇ ਹੀ ਜਿਹੜਾ ਨਾਲ ਜਿਹੜਾ ਵੱਡਾ ਇੱਕ ਸੈਮੀਨਾਰ ਹਾਲ ਹੈ, ਉੱਥੇ ਹੀ ਜਿਹੜਾ ਹਰ ਐਤਵਾਰ ਨੂੰ ਜਿਹੜਾ ਉਹ ਸੈਮੀਨਾਰ ਕੀਤਾ ਜਾਏਗਾ ਤੇ ਉੱਥੇ ਵੱਡੇ ਲੈਵਲ ਦੇ ਉੱਤੇ ਜਿਹੜੀਆਂ ਜਾਣਕਾਰੀਆਂ ਵੰਡੀਆਂ ਜਾਣਗੀਆਂ ਕਿ ਆਪਣੇ ਡਾਕਟਰ ਆਪ ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ
ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇਹੋ ਜਿਹੇ ਸੈਂਟਰਾਂ ਦੀ ਜਾਣਕਾਰੀ ਘਰ ਘਰ ਪਹੁੰਚੇ ਤੇ ਲੋਕੀ ਜਿਹੜੇ ਨੇ ਉਹ ਉਹਨਾਂ ਦਵਾਈਆਂ ਤੋਂ ਬਚਣ ਜਿਹੜੀਆਂ ਮਾਰ ਰਹੀਆਂ ਨੇ, ਤੇ ਇਹੋ ਜਿਹੇ ਇਲਾਜ ਦੇ ਨਾਲ ਜੁੜਨ ਜਿਹੜੇ ਕਿ ਤੰਦਰੁਸਤੀ ਨੂੰ ਸਾਡੇ ਜੀਵਨ ਦੇ ਵਿੱਚ ਜੀਵਨ ਦਾ ਹਿੱਸਾ ਬਣਾ ਰਹੇ ਨੇ, ਜਿਹੜੀ ਬਿਮਾਰੀ ਜਿਹੜੀ ਆ ਉਹ ਦੂਰ ਭਜਾ ਰਹੇ ਨੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।